ਜਸ ਟੀਵੀ ਦੇਖ ਰਹੇ ਤੁਸੀਂ, ਮੈਂ केपी ਸਿੰਘ। ਅੱਜ ਦਾ ਮੁੱਦਾ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਬੇਰੁਜ਼ਗਾਰੀ ਦੁਨੀਆ ਭਰ ਦੀ ਸਮੱਸਿਆ ਹੈ, ਦੇਸ਼ ਦੀ ਸਮੱਸਿਆ ਹੈ ਤੇ ਪੰਜਾਬ ਦੀ ਵੀ ਉਨੀ ਹੀ ਵੱਡੀ ਸਮੱਸਿਆ ਹੈ। ਪਰ ਹੁਣ ਜਿਹੜੇ ਨਵੇਂ ਅੰਕੜੇ ਆਏ ਆ, ਚਾਹੇ ਉਹ ਸਰਕਾਰ ਦੇ ਅੰਕੜੇ ਹੋਣ, ਚਾਹੇ ਉਹ ਜਿਹੜੀ ਬੇਰੁਜ਼ਗਾਰੀ ਦਰ ਮਾਪਣ ਵਾਲੀ ਗਿਣਤੀ ਮਿਣਤੀ ਉਹਦੇ ਅੰਕੜੇ ਹੋਣ, ਉਸ ਦੇ ਵਿਚਾਲੇ ਦਾਅਵੇ ਕੀਤੇ ਜਾ ਰਹੇ ਆ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਦਰ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਰੁਜ਼ਗਾਰ ਦੇਣ ਦੇ ਜਿਹੜੇ ਮੌਕੇ ਉਹ ਪ੍ਰਦਾਨ ਕੀਤੇ ਜਾ ਰਹੇ ਆ। ਸਰਕਾਰ ਨੇ ਅੰਕੜੇ ਦਿੱਤੇ ਹੈ ਕਿ 10 ਮਹੀਨਿਆਂ ਵਿੱਚ 25,000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਦਿੱਤੀਆਂ ਤੇ ਇੱਕ ਬੇਰੁਜ਼ਗਾਰੀ ਦਰ ਨੂੰ ਪਾਸੇ ਕਰਨ ਵਾਲਾ ਡਾਟਾ ਜਿਹੜਾ ਉਹ ਕਹਿੰਦਾ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਦੇ ਅੰਕੜੇ ਆ ਜਿਹੜੇ ਉਹ ਪਹਿਲਾਂ ਨਾਲੋਂ ਘਟੇ ਹੈ। ਪਰ ਇਸ ਦੇ ਵਿਚਾਲੇ ਜਵਾਨੀ ਹੈ ਜਿਹੜੀ ਉਹ ਪ੍ਰਵਾਸ ਕਰਨ ਨੂੰ ਵੀ ਮਜਬੂਰ ਹੈ ਤੇ ਧਰਨੇ ਲਾਉਣ ਨੂੰ ਵੀ ਮਜਬੂਰ ਹੈ। ਇਹਨਾਂ ਧਰਨਿਆਂ ਦੇ ਵਿਚਾਲੇ ਕਿਤੇ ਬੇਰੁਜ਼ਗਾਰੀ ਤਾਂ ਨਹੀਂ ਵੱਧਦੀ ਪਈ, ਸਵਾਲ ਵੀ ਹੋਣੇ ਚਾਹੀਦੇ ਆ ਤੇ ਵੱਡਾ ਸਵਾਲ ਇੱਕੋ ਹੀ ਹੋਵੇਗਾ, ਬੇਰੁਜ਼ਗਾਰੀ ਨਾਲ ਕਿਵੇਂ ਨਜਿੱਠੇਗਾ ਪੰਜਾਬ। फटाफट ਤੁਹਾਨੂੰ ਪੁਆਇੰਟਰ ਦੱਸ ਦਈਏ ਅੱਜ ਦੇ ਮੁੱਦੇ ਵਿੱਚ ਕਿੰਨੇ ਮੁੱਦਿਆਂ ਤੇ ਕਿੰਨਾ ਪੁਆਇੰਟਸ ਤੇ ਚਰਚਾ ਹੋਣੀ ਹੈ ਤੇ ਫਿਰ ਉਸ ਤੋਂ ਬਾਅਦ ਮਹਿਮਾਨ ਸਾਡੇ ਨਾਲ ਹੋਣਗੇ। ਅੱਜ ਦਾ ਮੁੱਦਾ ਪੰਜਾਬ ਤੇ ਰੁਜ਼ਗਾਰ, ਪੰਜਾਬ ਵਿੱਚ ਰੁਜ਼ਗਾਰ ਦੇ ਦਾਅਵਿਆਂ ਤੇ ਬਹਿਸ ਜਿਹੜੀ ਹੋਈ ਹੈ। ਜਿਹੜੇ ਸਿੱਖਿਆ ਸ਼ਾਸਤਰੀ ਹੈਗੇ ਆ ਜਾਂ ਅਰਥ ਸ਼ਾਸਤਰੀ ਹੈਗੇ ਆ ਉਹ ਇਸ ਡਿਬੇਟ ਵਿੱਚ ਹਿੱਸਾ ਲੈ ਰਹੇ ਆ। ਰਾਜਨੀਤੀ ਤਾਂ ਆਪਣੇ ਪੱਧਰ 'ਤੇ ਚੱਲਦੀ ਪਈ ਹੈ, ਸੱਤਾ ਬਦਲਣ ਤੋਂ ਬਾਅਦ ਆਂਕੜਿਆਂ ਤੇ ਰਾਜਨੀਤੀ ਹੋਰ ਤੇਜ਼ ਹੋ ਗਈ ਹੈ ਤੇ ਇਹਨਾਂ ਤੇਜ਼ ਹੋਈ ਰਾਜਨੀਤਿਕ ਮੁੱਦਿਆਂ ਦੇ ਵਿਚਾਲੇ ਦਾਅਵੇ ਕੀਤੇ ਜਾ ਰਹੇ ਆ ਕਿ 25,000 ਤੋਂ ਵੱਧ ਸਰਕਾਰੀ ਨੌਕਰੀ ਦਿੱਤੀ ਗਈ ਹੈ ਪੰਜਾਬ ਵਿੱਚ। ਇਹ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਦਾਅਵਾ ਕੀਤਾ ਹੈ ਜਦੋਂ 10 ਮਹੀਨਿਆਂ ਦਾ ਉਹ ਲੇਖਾ ਜੋਖਾ ਪੇਸ਼ ਕਰਦੇ ਹੈ। ਉਹ ਕਹਿੰਦੇ ਸਰਕਾਰ ਬਣਨ ਦੇ ਨਾਲ ਹੀ ਅਸੀਂ ਇਹ ਕੰਮ ਸ਼ੁਰੂ ਕਰ ਦਿੱਤਾ। ਇਹ ਨਹੀਂ ਆ ਕਿ ਸਰਕਾਰ ਜਾਣ ਵੇਲੇ ਅਸੀਂ ਨੌਕਰੀਆਂ ਦੇਵਾਂਗੇ। ਸਨਅਤ ਨੂੰ ਸੁਰਜੀਤ ਕਰਕੇ ਰੁਜ਼ਗਾਰ ਤੇ ਹੋਰ ਮੌਕੇ ਵਧਾਏ ਜਾਣਗੇ। ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਇਹ ਨਵਾਂ ਬਿਆਨ ਦਿੱਤਾ ਤੇ ਧਰਨਿਆਂ ਕਾਰਨ ਜਿਹੜਾ ਰੁਜ਼ਗਾਰ ਜਾ ਰਿਹਾ ਉਸ 'ਤੇ ਵੀ ਬਹਿਸ ਹੋ ਰਹੀ ਹੈ। ਉਸ 'ਤੇ ਬਹਿਸ ਇਹ ਹੋ ਰਹੀ ਹੈ ਕਿ ਜਿਹੜੀ ਸਨਅਤ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਨਾਲ ਬਹੁਤੇ ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ, ਉਹਦਾ ਕੀ ਕੀਤਾ ਜਾਊਗਾ, ਉਹਦਾ ਕੀ ਹੱਲ ਕੱਢਿਆ ਜਾਊਗਾ। ਬੇਰੁਜ਼ਗਾਰੀ ਕਾਰਨ ਪ੍ਰਵਾਸ ਕਰਦੀ ਜਵਾਨੀ 'ਤੇ ਵੀ ਚਿੰਤਾ ਜਤਾਈ ਜਾ ਰਹੀ ਹੈ। ਦੇਸ਼ ਭਰ ਵਿੱਚ ਬੇਰੁਜ਼ਗਾਰੀ ਦੇ ਅੰਕੜੇ ਜਿਹੜੇ ਸਾਡੇ ਸਾਹਮਣੇ ਉਹ ਡਰਾਉਣ ਵਾਲੇ ਹੈ ਤੇ ਭਵਿੱਖ ਦੇ ਵਿੱਚ ਚਿੰਤਾ ਕਰਨ ਵਾਲੇ ਹੈ। ਪਰ ਸਵਾਲ ਪੰਜਾਬ ਵਿੱਚ ਹੈ ਕਿ ਪੰਜਾਬ ਵਿੱਚ ਇਹ ਬੇਰੁਜ਼ਗਾਰੀ ਦਰ ਅੱਗੇ ਨਾਲੋਂ ਘਟੀ ਹੈ। ਸਵਾਲ ਇਹ ਵੀ ਪੁੱਛਿਆ ਜਾ ਰਿਹਾ ਤੇ ਬਹੁਤ ਹੀ ਜਿਹੜਾ ਖਾਸ ਪੈਨਲ ਸਾਡਾ ਮੌਜੂਦ ਹੈ ਉਹਨਾਂ ਦਾ ਤਾਰਫ ਕਰਨਾ ਤੇ ਉਸ ਤੋਂ ਬਾਅਦ ਇਹ ਮੁੱਦਾ ਤੁਹਾਡੇ ਸਾਹਮਣੇ ਹੋਵੇਗਾ। ਡਾਕਟਰ ਪਹਿਲਾ ਗਰਗ ਸਾਬਕਾ ਰਜਿਸਟਰਾਰ ਬਾਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਤੇ ਇਹ ਇਹਨਾਂ ਆਂਕੜਿਆਂ ਨੂੰ, ਇਹਨਾਂ ਨੀਤੀਆਂ ਨੂੰ ਬਹੁਤ ਨੇੜਿਓਂ ਦੇਖਦੇ ਆ ਡਾਕਟਰ ਗਰਗ ਤੇ ਅਕਸਰ ਇਹ ਜਿੱਥੇ ਵੀ ਸੰਬੋਧਨ ਕਰਦੇ ਆ ਉੱਥੇ ਆਪਦੇ ਤਰੀਕੇ ਨਾਲ ਇਹਨਾਂ ਮੁੱਦਿਆਂ ਤੇ ਸਵਾਲ ਵੀ ਚੁੱਕਦੇ ਆ। ਡਾਕਟਰ ਗਰਗ ਤੋਂ ਸਮਝਣ ਦੀ ਕੋਸ਼ਿਸ਼ ਕਰਾਂ ਕਿ ਜਿਹੜਾ ਰੁਜ਼ਗਾਰ ਹੈ ਉਹ ਧਰਨਿਆਂ ਕਾਰਨ ਕਿਤੇ ਘਟਦਾ ਤਾਂ ਨਹੀਂ ਜਾ ਰਿਹਾ। ਇਹ ਡਾਕਟਰ ਗਰਗ ਤੋਂ ਸਵਾਲ ਜ਼ਰੂਰ ਕਰਾਂਗੇ। ਡਾਕਟਰ ਗਰਗ ਸਰ ਬਹੁਤ ਸਵਾਗਤ ਹੈ ਸਰ ਤੁਹਾਡਾ। ਸ਼ੁਕਰੀਆ ਜੀ, ਬਹੁਤ ਬਹੁਤ। ਡਾਕਟਰ ਰਾਜੀਵ ਖੋਸਲਾ ਅਰਥ ਸ਼ਾਸਤਰੀ ਨੇ ਇਹ ਅਰਥ ਸ਼ਾਸਤਰੀ ਦੇ ਨਜ਼ਰੀਏ ਤੋਂ ਦੱਸਣਗੇ ਕਿ ਆਂਕੜਿਆਂ ਦੇ ਵਿੱਚ ਸੱਚ ਕੀ ਹੈ ਤੇ ਆਂਕੜਿਆਂ ਦਾ ਪੈਮਾਨਾ ਕੀ ਹੈ ਤੇ ਪੰਜਾਬ ਕਿੱਥੇ ਖੜਾ, ਇਹ ਇਹਨਾਂ ਤੋਂ ਸਵਾਲ ਹੋਵੇਗਾ। ਡਾਕਟਰ ਰਾਜੀਵ ਖੋਸਲਾ ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਨੇ, ਸੋਸ਼ੀਓਲੋਜਿਸਟ ਨੇ। ਪ੍ਰੋਫੈਸਰ ਮਨਜੀਤ ਸਿੰਘ ਇਸ ਬੇਰੁਜ਼ਗਾਰੀ ਦੀ ਵੱਧਦੀ ਦਰ ਨੂੰ ਬਹੁਤ ਨੇੜਿਓਂ ਦੇਖਦੇ ਆ ਤੇ ਗੰਭੀਰ ਚਿੰਤਾ ਵੀ ਪ੍ਰਗਟ ਕਰਦੇ ਆ ਤੇ ਇਸ ਕਰਕੇ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਹੜੀ ਰਾਜਨੀਤੀ ਹੈ ਉਹ ਕਿਹੜੀ ਨੀਤੀ ਬਣਾਉਂਦੀ ਹੈ ਜਿਹਦੇ ਕਰਕੇ ਬੇਰੁਜ਼ਗਾਰੀ ਦੀ ਦਰ ਹੈ ਜਿਹੜੀ ਘਟਦੀ ਨਹੀਂ ਪਈ, ਜਾਂ ਆਂਕੜਿਆਂ ਦੇ ਸਹਾਰੇ ਸਾਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਦੇ ਤੌਰ ਤੇ ਬੈਠੇ ਨੇ। ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ ਸਰ। ਧੰਨਵਾਦ ਜੀ। ਡਾਕਟਰ ਗਰਗ ਪਹਿਲਾ ਸਵਾਲ ਸਰ ਤੁਹਾਨੂੰ ਹੀ ਕਰਨਾ ਚਾਹੁੰਦਾ। ਡਾਕਟਰ ਗਰਗ ਜ਼ਮੀਨ ਤੇ ਅਸਲ ਵਿੱਚ ਹੈ ਕੀ ਹੈ? ਪੰਜਾਬ ਦੀ ਸਰਕਾਰ ਜਿਹੜੇ ਡਾਟੇ ਪੇਸ਼ ਕਰਦੀ ਹੈ ਤੇ ਪੰਜਾਬ ਵਿੱਚ ਬੇਰੁਜ਼ਗਾਰੀ ਦੇ ਆਂਕੜੇ ਜਿਹੜੇ ਸਾਡੇ ਅੱਗੇ ਰੱਖੇ ਜਾ ਰਹੇ, ਜਿਹੜੀਆਂ ਏਜੰਸੀਆਂ ਦੇ ਜ਼ਰੀਏ ਰੱਖੇ ਜਾ ਰਹੇ ਆ, ਉਹਨਾਂ ਵਿੱਚ ਤੁਹਾਨੂੰ ਫਰਕ ਕਿਉਂ ਮਹਿਸੂਸ ਹੋ ਰਿਹਾ ਡਾਕਟਰ ਗਰਗ? ਦੇਖੋ, ਮੋਟੀ ਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਅਸੀਂ ਦੇਖੀਏ 18 ਤੋਂ 35 ਸਾਲ ਦੇ ਵਿੱਚ ਮੈਕਸਿਮਮ ਬੇਰੁਜ਼ਗਾਰੀ ਹੈ ਤੇ ਤਕਰੀਬਨ 20 ਲੱਖ ਜਿਹੜਾ ਨੌਜਵਾਨ ਹੈ ਉਹ ਬੇਰੁਜ਼ਗਾਰ ਹੈ। ਟੋਟਲ 1 ਕਰੋੜ 8 ਲੱਖ ਨੌਜਵਾਨ ਹੈ, ਜਿਹਦੇ ਵਿੱਚੋਂ 45 ਲੱਖ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਕੰਮ ਕਰ ਰਿਹਾ ਹੈ, ਕੋਈ ਨਾ ਕੋਈ ਅੱਧ ਵਿਚਾਲਾ ਕੁਛ ਵੀ, ਤੇ ਤਕਰੀਬਨ 43 ਲੱਖ ਹੈ ਜਿਹੜਾ ਉਹ ਥਾਂ ਥਾਂ ਤੇ ਕੋਈ ਪੜ੍ਹਾਈ ਕਰ ਰਿਹਾ, +2 ਦੇ ਸਕੂਲਾਂ ਤੋਂ ਲੈ ਕੇ ਉੱਪਰ ਤੱਕ। ਕੋਈ ਨਰਸਿੰਗ 'ਚ ਹੈ, ਕੋਈ ਡਿਪਲੋਮਿਆਂ 'ਚ ਹੈ, ਕੋਈ ਇੰਜੀਨੀਅਰਿੰਗ ਦੇ ਵਿੱਚ ਹੈ, ਕੋਈ ਮੈਡੀਕਲ 'ਚ ਹੈ, ਕੋਈ B.Ed ਕਰਦਾ ਹੈ, ਕੋਈ ਕਾਲਜਾਂ ਦੇ ਵਿੱਚ ਪੜ੍ਹਦਾ ਹੈ, ਯੂਨੀਵਰਸਿਟੀਆਂ 'ਚ ਪੜ੍ਹਦਾ ਹੈ। ਇਸ ਤਰੀਕੇ ਨਾਲ ਜਿਹੜੇ ਹੈਗੇ ਨੇ 20 ਲੱਖ ਨੌਜਵਾਨ। ਔਰ ਉਹ ਅੰਕੜਾ ਜਿਹੜਾ ਹੈ ਇਸ ਗੱਲ ਨਾਲ ਵੀ ਮੇਲ ਕਰਦਾ ਹੈ ਕਿ ਹੁਣੀ ਇੱਕ ਅੰਕੜੇ ਆਏ ਨੇ ਕਿ ਪੰਜਾਬ 'ਚ ਬੇਰੁਜ਼ਗਾਰੀ ਦਰ ਹੈ ਜਿਹੜੀ 6.8% ਹੈ, ਜਦ ਕਿ ਹਰਿਆਣੇ ਦੇ ਵਿੱਚ 37 ਪੁਆਇੰਟ ਸਮਥਿੰਗ ਹੈ। ਤੇ ਉਹ
ਇਹ ਅੰਕੜੇ ਜਿਹੜੇ 6.8 ਨੂੰ ਗਿਣੀਏ ਤਾਂ 3 ਕਰੋੜ ਦੇ ਹਿਸਾਬ ਨਾਲ ਖੋਸਰ ਸਾਹਿਬ ਅਰਥ ਸ਼ਾਸਤਰੀ ਬੈਠੇ ਨੇ, ਹਿਸਾਬ ਛੇਤੀ ਕਰ ਲੈਣਗੇ ਕਿ ਵੀ ਇਹ ਤਕਰੀਬਨ 20 ਲੱਖ ਹੀ ਬਣਦਾ ਹੈ। ਤੇ ਇਹ ਜਿਹੜੇ ਬੇਰੁਜ਼ਗਾਰ ਨੇ, ਇਹਨਾਂ ਨੂੰ ਰੁਜ਼ਗਾਰ ਦੇਣ ਵਾਸਤੇ ਜਿਹੜਾ ਸਰਕਾਰ ਤਰੀਕਾ ਰੁਜ਼ਗਾਰ ਦਾ ਲੱਭਦੀ ਹੈ, ਜਿਹੜੇ ਰੁਜ਼ਗਾਰ ਦੇ ਜਿਹਨੂੰ ਕਹਿੰਦੇ ਨੇ ਮਾਰੀਏ ਗੱਬਰ ਤੇ ਰੱਜੇ ਟੱਬਰ, ਜਿੱਥੇ ਬਹੁਤੇ ਲੋਕਾਂ ਨੂੰ ਰੁਜ਼ਗਾਰ ਮਿਲਣਾ ਹੋਵੇ, ਰੁਜ਼ਗਾਰ ਉਹਨੂੰ ਮੰਨਿਆ ਜਾ ਸਕਦਾ ਹੈ ਜਿੱਥੇ ਕੁਝ ਚੰਦ ਮੁੱਠੀ ਭਰ ਲੋਕਾਂ ਨੂੰ ਰੁਜ਼ਗਾਰ ਮਿਲਣਾ ਹੋਵੇ। ਉਹ ਕੋਈ ਬਹੁਤ ਜ਼ਿਆਦਾ ਵੱਡੀ ਗੱਲ ਨਹੀਂ ਹੁੰਦੀ। ਜੇ 25,000 ਨੂੰ ਦੇਣਾ, ਇਹ ਤਾਂ ਉੱਠ ਦੇ ਮੂੰਹ 'ਚ ਜੀਰਾ ਦੇਣ ਦੇ ਬਰਾਬਰ ਹੀ ਹੈ। ਨਹੀਂ, ਤੁਸੀਂ ਇਹਨੂੰ ਡਟ ਕਰ ਸਰਕਾਰ ਦੀ ਪ੍ਰਾਪਤੀ ਨਹੀਂ ਮੰਨਦੇ। ਸਰਕਾਰ ਇਹ ਕਹਿੰਦੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਜਦੋਂ ਰੁਜ਼ਗਾਰ ਦਿੱਤਾ ਉਦੋਂ ਫਾਈਲਾਂ ਫਸਾ ਕੇ ਚਲੇ ਗਏ, ਅਸੀਂ ਤਾਂ ਕਹਿੰਦੇ ਆਂਦੇ ਰੁਜ਼ਗਾਰ ਦੇਣਾ ਸ਼ੁਰੂ ਕਰਤਾ। ਦੇਖੋ ਗੱਲ ਇਹ ਹੈ ਵੀ ਹਰੇਕ ਬੰਦਾ ਆਪੇ ਪੈਰੀ ਪੈਣਾ ਤੇ ਆਪੇ ਬੁੱਢ ਸਾਗਣ, ਉਹ ਤਾਂ ਕੋਈ ਵੀ ਕਹੀ ਜਾਂਦਾ ਹੈ। ਰੁਜ਼ਗਾਰ ਪਿਛਲੀਆਂ ਸਰਕਾਰਾਂ ਨੇ ਵੀ ਇਸ ਤਰ੍ਹਾਂ ਦੇ ਤਾਂ ਦਿੱਤੇ ਨੇ ਤੇ ਇਹਨਾਂ ਨੇ ਵੀ ਦਿੱਤੇ ਨੇ। ਦੂਜੀ ਗੱਲ, ਉਦੋਂ ਵੀ ਸਕੈਮ ਹੋਏ ਨੇ। ਆ 1158 ਜਿਹੜੇ ਦੋ ਇੱਥੇ ਐਜੂਕੇਸ਼ਨਿਸਟ ਵੀ ਨੇ, ਇਹ ਜਿੱਥੇ ਜਿੱਥੇ ਆਪਦੇ ਮਾਹਰ ਨੇ, ਇਹਨਾਂ ਦੇ ਕਲੈਨ ਨਹੀਂ ਭਰਤੀ ਕਰੇ ਸੀ ਪ੍ਰੋਫੈਸਰ ਮਨਜੀਤ ਸਿੰਘ, ਤਾਂ ਉਹਦੇ ਚ ਐਕਟਿਵ ਵੀ ਸੀਗੇ ਉਸ ਭਰਤੀ 'ਚ। ਉਹ ਸਾਰੇ ਪੇਪਰ ਪੂਪਰ ਲੀਕ ਕਰਕੇ ਉਹ ਸਾਰੇ ਸੈਟੀਸਫਾਈਡ ਹੋ ਗਏ। ਤੇ ਇਦਾਂ ਹੀ ਇਹਨਾਂ ਨੇ ਤਹਿਸੀਲਦਾਰ ਭਰਤੀ ਕਰਨ ਦੀ ਕੋਸ਼ਿਸ਼ ਕਰੀ ਸੀ, ਉਹਦੇ 'ਚ ਤੁਹਾਨੂੰ ਪਤਾ ਹੀ ਹੈ ਜੋ ਸਕੈਮ ਹੋਇਆ। ਪਬਲਿਕ ਐਨਾਲਿਸਟ ਭਰਤੀ ਕਰਨ ਦੀ ਕੋਸ਼ਿਸ਼ ਕਰੀ ਸੀ, ਉਹਦੇ 'ਚ ਸਕੈਮ ਤੁਹਾਨੂੰ ਪਤਾ ਹੈ। ਹਰ ਥਾਂ 'ਤੇ ਹਾਈ ਕੋਰਟ ਦੇ ਵਿੱਚ ਪੇਪਰ ਲੀਕ ਹੋ ਰਹੇ ਨੇ, ਹਰਿਆਣੇ 'ਚ ਹੋ ਰਹੇ ਨੇ, ਪੰਜਾਬ 'ਚ। ਯਾਨੀ ਕਿ ਭਰਤੀ ਇੱਕ ਸਕੈਮ ਬਣ ਗਿਆ। ਉਹ ਬਣਿਆ ਤਾਂ ਹੈ ਕਿ ਪ੍ਰਾਈਵੇਟ ਦੇ ਵਿੱਚ ਤੇ ਸਰਕਾਰੀ ਦੇ ਵਿੱਚ ਤਨਖਾਹਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਇਹੋ ਜਿਹੀ ਗੱਲ ਬਣ ਗਿਆ, ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗਾ ਤੇਲੀ। ਕਿੱਥੇ ਤਾਂ ਇੱਕ ਪਾਸੇ ਪ੍ਰਾਈਵੇਟ ਵਾਲਾ ਸਕੂਲ ਟੀਚਰ ਨੂੰ ਦੇ ਰਿਹਾ 10,000 15,000 ਤੇ ਦੂਜੇ ਪਾਸੇ 2.5 ਲੱਖ 2 ਲੱਖ। ਇਹ ਮਤਲਬ ਤੁਸੀਂ ਕਿਵੇਂ ਕੀ ਜਵਾਬ ਦਿਓਗੇ ਇਸ ਗੱਲ ਦਾ? ਫਿਰ ਉਹ ਡੰਡੇ ਨਾਲ ਕੰਮ ਲੈਂਦਾ, ਇੱਥੇ ਕੰਮ ਕਰੇ ਨਾ ਕਰੇ ਕੋਈ। ਉਹਦੀ ਨੌਕਰੀ ਭਾਵੇਂ ਦੂਜੇ ਦਿਨ ਜਾਂਦੇ ਨੂੰ ਕਹਦੇ ਵੀ ਤੂੰ ਤਾਂ ਫਲਾਣੇ ਬਰਾਂਡੇ 'ਚ ਖੜਾ ਗੱਲ ਕਰ ਰਿਹਾ ਸੀ, ਆਹ ਚੱਕ ਨੋਟਿਸ, ਤੇ ਨਾਲ ਦੀ ਨਾਲ ਕੱਲ ਤੋਂ ਆਉਣਾ ਨਹੀਂ ਤਾਂ ਉਹਨੂੰ ਕੋਈ ਐਂ ਕੱਢ ਨਹੀਂ ਸਕਦਾ। ਸੋ ਇਹ ਜਿਹੜਾ ਫਰਕ ਹੈ, ਇਹ ਫਰਕ ਕਰਕੇ ਸਕੈਮ ਹੋਣੇ ਨੇ। ਇਹ ਜਿੰਨਾ ਮਰਜ਼ੀ ਕੋਸ਼ਿਸ਼ ਕਰੀ ਜਾਣ, ਇਹ ਰੁਜ਼ਗਾਰ ਕਿੱਥੇ ਦੇ ਰਹੇ ਨੇ? ਜਿੱਥੇ ਪਹਿਲੇ ਹੁਣ ਰੁਜ਼ਗਾਰ ਤੁਸੀਂ ਕਹਿੰਦੇ 25,000 ਦਿੱਤਾ, ਜਿਹੜੇ ਪਟਵਾਰੀ ਰਿਟਾਇਰ ਹੋਏ ਸੀ ਉਹਨਾਂ ਨੂੰ ਲਾਇਆ ਤੇ 35,000 ਕਰਤਾ 25,000 ਦੀ ਬਜਾਏ। ਤੁਸੀਂ ਨੌਜਵਾਨਾਂ ਨੂੰ ਰੁਜ਼ਗਾਰ ਦਿਓ, ਤੁਸੀਂ 20,000 ਤੇ 2 ਰੱਖ ਲਓ ਇੱਕ ਦੀ ਥਾਂ ਤੇ। ਤੇ ਇਸੇ ਤਰ੍ਹਾਂ ਹੀ ਰਿਟਾਇਰੀਆਂ ਨੂੰ ਲਾਈ ਜਾਂਦੇ ਨੇ, PCS ਵਾਲਿਆਂ ਨੂੰ ਰਿਟਾਇਰ ਲਾ ਲਿਆ, ਫਲਾਣੇ ਨੂੰ ਲਾ ਲਿਆ। ਸੋ ਜੇ ਤੁਸੀਂ ਜਿਨ੍ਹਾਂ ਦੇ ਗੋਡਿਆਂ 'ਚ ਪਾਣੀ ਪਿਆ, ਦਰਖਤ ਵੀ ਆਪਣੇ ਪੱਤੇ ਛੱਡ ਦਿੰਦੇ ਨੇ ਜੇ ਤੁਸੀਂ ਪੁਰਾਣੇ ਬੰਦਿਆਂ ਨੂੰ ਹੀ ਲਾਈ ਜਾਣਾ ਹੈ। ਜੇ ਤੁਸੀਂ ਰਿਟਾਇਰ ਹੋਏ ਪ੍ਰੋਫੈਸਰਾਂ ਨੂੰ ਹੀ ਕਾਲਜਾਂ 'ਚ ਲਾਈ ਜਾਣਾ ਹੈ, ਤੇ ਭਾਵੇਂ 2 ਪ੍ਰੋਫੈਸਰ ਬੈਠੇ ਨੇ ਤਾਂ ਕਹਿਣਗੇ ਵੀ 70 ਸਾਲ, ਕਿਉਂਕਿ ਸਾਡੇ ਮੈਡੀਕਲ ਕਾਲਜਾਂ ਦੇ ਵੀ ਕਹਿੰਦੇ ਹੁੰਦੇ ਸੀ। ਮੈਂ ਉਹਨਾਂ ਨੂੰ ਕਈ ਵਾਰ ਹੱਸਦਾ ਸੀ ਵੀ ਤਾਂ ਕਹਿੰਦੇ ਜਿੱਦੇ ਸਾਡੀਆਂ ਲੱਤਾਂ ਕਬਰਾਂ ਜਾਣ ਨਾ, ਕਬਰ 'ਚ ਦੱਬਣ ਤੋਂ ਪਹਿਲਾਂ ਵੀ ਤਨਖਾਹ ਦੇ ਦਿਓ। ਤੇ ਉਹੀ ਇਹਨਾਂ ਕਾਲਜਾਂ ਦਾ ਹਾਲ ਹੈ, ਸਾਡੇ ਵਾਲਿਆਂ ਦਾ ਵੀ ਉਹੀ ਹੈ, ਇਹਨਾਂ ਦਾ ਵੀ ਉਹੀ ਹਾਲ ਹੈ ਕਿ ਸਾਡੇ ਵਾਲੇ। ਚਲੋ ਡਾਕਟਰ ਕਰਕੇ ਮੈਂ ਬ੍ਰੇਕ ਲੈ ਲਵਾਂ, ਬ੍ਰੇਕ ਲੈ ਕੇ ਵਾਪਸ ਆ ਰਿਹਾ। ਸਵਾਲ ਡਾਕਟਰ ਸਾਹਿਬ ਨੇ ਜਿਹੜੇ ਖੜੇ ਕੀਤੇ ਆ, ਉਹਨਾਂ ਸਵਾਲਾਂ ਤੇ ਬਹੁਤ ਸੰਜੀਦਗੀ ਨਾਲ ਸੋਚਣ ਵਿਚਾਰਨ ਦੀ ਜ਼ਰੂਰਤ ਹੈ। ਕੀ ਹੈ ਜਿਹੜੇ ਆંકੜੇ ਸਾਡੇ ਅੱਗੇ ਰੱਖੇ ਜਾਂਦੇ ਆ, ਉਹ ਆંકੜੇ ਦੇ ਪਿੱਛੇ ਹੁੰਦਾ ਕੀ ਹੈ, ਕਿਹੜੀ ਬਾਜ਼ੀਗਰੀ ਹੁੰਦੀ ਹੈ ਜਿਹਨਾਂ ਅਸੀਂ ਬਹੁਤ ਖੁਸ਼ ਹੋ ਜਾਂਦੇ ਹਾਂ ਵੀ ਇੰਨਾ ਰੁਜ਼ਗਾਰ ਮਿਲ ਰਿਹਾ। ਪਰ ਜੇ ਰੁਜ਼ਗਾਰ ਮਿਲ ਰਿਹਾ ਤੇ ਫਿਰ ਜਹਾਜ਼ ਭਰ ਪੰਜਾਬ 'ਚੋਂ 7 ਸਮੁੰਦਰ ਪਾਰ ਕੇ ਉੱਠਦੇ ਪਏ। ਵਾਪਸ ਆ ਰਹੇ। एक और फिर तो ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਰਾਜੀਵ ਖੋਸਲਾ, ਮੈਂ ਤੁਹਾਡੇ ਕੋਲ ਬਾਅਦ ਵਿੱਚ ਆਉਂਗਾ। ਤੁਹਾਡੇ ਕੋਲ ਬੜਾ ਹਿਸਾਬ ਕਿਤਾਬ ਹੁੰਦਾ ਪੈਸਿਆਂ ਪੂਸਿਆਂ ਦਾ। ਪ੍ਰੋਫੈਸਰ ਮਨਜੀਤ ਸਿੰਘ ਸਵਾਲ ਇਹ ਆ ਜਿਹੜਾ ਡਾਕਟਰ ਗਰਗ ਨੇ ਸਵਾਲ ਚੁੱਕਿਆ, ਜਿਹੜੇ ਆંકੜੇ ਆ, ਉਹ ਕਹਿੰਦੇ ਆંકੜੇ ਤਾਂ ਪੁਰਾਣੀਆਂ ਸਰਕਾਰਾਂ ਨੇ ਵੀ ਇਦਾਂ ਹੀ ਪੇਸ਼ ਕੀਤੇ ਸੀਗੇ। ਪ੍ਰੋਫੈਸਰ ਮਨਜੀਤ ਸਿੰਘ, ਫਿਰ ਅਸੀਂ ਮੰਨੀਏ ਕਿ ਅਸੀਂ ਤਾਂ ਬੜੇ ਖੁਸ਼ ਹਾਂ ਕਿ ਪਹਿਲੇ 10 ਮਹੀਨਿਆਂ 'ਚ 25,000 ਤੋਂ ਵੱਧ ਸਰਕਾਰੀ ਨੌਕਰੀਆਂ ਮਿਲ ਗਈਆਂ। ਪ੍ਰੋਫੈਸਰ ਮਨਜੀਤ ਸਿੰਘ, ਚਲੋ ਉਹ ਤੇ ਇਹਨਾਂ ਦਾ ਹੀਜ ਪਿਆਜ ਤੇ ਗਰਗ ਸਾਹਿਬ ਨੇ ਦੱਸ ਹੀ ਦਿੱਤਾ। ਅੰਕੜੇ ਜਿੰਨੇ ਮਰਜ਼ੀ ਬਦਲੀ ਜਾਓ, ਅੰਕੜੇ ਬਦਲਣ ਦੇ ਨਾਲ ਧਰਾਤਲ ਦੀ ਪਰਿਸਥਿਤੀ ਨਹੀਂ ਬਦਲਦੀ। ਕੁਛ ਨੌਕਰੀਆਂ ਦਿੱਤੀਆਂ ਵੀ ਆ, 6,000 ਕਹਿੰਦੇ ਆ ਹੁਣੇ ਕਰ ਦੇਣੀਆਂ ਪ੍ਰਾਈਵੇਟਾਂ ਨੂੰ, ਇਹਨਾਂ ਨੇ ਰੈਗੂਲਰ ਕਰਤਾ। ਕੁਛ ਕੀਤਾ ਹੋਊ, ਜਿਹੜੇ ਵਿੱਚ ਫਸੇ ਸੀ ਉਹਨਾਂ ਨੂੰ ਲੈਟਰਾਂ ਇਸ਼ੂ ਕਰਤੀਆਂ। ਭਰਤੀਆਂ ਸੀਗੀਆਂ ਪਰ ਉਹਨਾਂ ਨੂੰ ਲੈਟਰਾਂ ਨਹੀਂ ਸੀ ਮਿਲੀਆਂ। ਸਵਾਲ ਪਤਾ ਕੀ ਆ, ਇਕੱਲਾ ਅੰਕੜਿਆਂ ਦਾ ਨਹੀਂ ਹੈ ਕਿ ਧਰਾਤਲ ਦੇ ਉੱਤੇ ਪੰਜਾਬ ਦੇ ਲੋਕ ਸੜਕਾਂ ਤੇ ਕਿੰਨੇ ਕੁ ਹੈ ਤੇ ਕਿੰਨੇ ਕੁ ਉਹ ਕੰਮ ਦੇ ਉੱਤੇ ਲੱਗ ਗਏ ਆ। ਜੇ ਤੇ ਸੜਕਾਂ ਤੇ ਜ਼ਿਆਦਾ, ਇਹਦਾ ਮਤਲਬ ਕੰਮ ਨਹੀਂ ਮਿਲ ਰਿਹਾ। ਉੱਥੇ ਹੀ ਉਹਨਾਂ ਨੂੰ ਇਹੋ ਹੀ ਕੰਮ ਮਿਲਿਆ ਕਿ ਤੁਸੀਂ ਮੁਜ਼ਾਹਰੇ ਕਰੀ ਚੱਲੋ। ਜੇ ਵਾਕਿਆ ਹੀ ਲੋਕਾਂ ਦੇ ਕੋਲ ਕੰਮ ਹੈਗਾ ਤਾਂ ਫਿਰ ਮੁਜ਼ਾਹਰਿਆਂ 'ਚ ਲੋਕ ਘੱਟ ਜਾਣਗੇ। ਇਸ ਵੇਲੇ ਦੀ ਜਿਹੜੀ ਮੈਨੂੰ ਪੰਜਾਬ ਦੀ ਗਰਾਊਂਡ ਪਰਿਸਥਿਤੀ ਲੱਗਦੀ ਹੈ, ਉਹ ਜਿੰਨੇ ਮਰਜ਼ੀ ਕਲੇਮ ਕਰੀ ਜਾਈਏ ਉਹਨੂੰ ਸਾਂਭਣ ਦੀ ਲੋੜ ਹੈ। ਇੱਥੇ ਰੁਜ਼ਗਾਰ ਪਹਿਲਾਂ ਹੀ ਤੁਹਾਨੂੰ ਪਤਾ ਯੂਪੀ 'ਚ ਜਾ ਰਹੇ ਆ, ਸਾਡੇ ਰੁਜ਼ਗਾਰ ਦੇ ਸਾਧਨ ਜਿਹੜੇ ਜਾ ਰਹੇ ਆ,
ਦੋ ਲੱਖ 30 ਕਰੋੜ ਜਿਹੜੇ ਪੈਸੇ ਉੱਤੇ ਜਾ ਕੇ ਕਹਿੰਦੇ ਯੋਗੀ ਨੂੰ ਕਹਿੰਦੇ ਸਾਨੂੰ ਜਗ੍ਹਾ ਦੇ, ਸਸਤੀ ਜਗ੍ਹਾ ਦੇ, ਅਸੀਂ ਨਹੀਂ ਪੰਜਾਬ 'ਚ ਰਹਿਣਾ। ਅੱਜ ਦੀ ਲੇਟੈਸਟ ਇਨਫੋਰਮੇਸ਼ਨ ਇਹ ਆ ਕਿ ਜ਼ੀਰੇ ਵਾਲਿਆਂ ਨੇ ਕਿਹਾ ਕਿ ਫੈਕਟਰੀ ਬੰਦ ਕਰਤੀ। ਵਧਾਈ ਤੁਹਾਨੂੰ, ਬੜੀ ਚੰਗੀ ਗੱਲ ਆ, ਇਹ ਸਾਡੀ ਜਿੱਤ ਹੈਗੀ ਆ, ਤੁਹਾਨੂੰ ਕੁਝ ਨਹੀਂ, ਤੁਸੀਂ ਦਬਾਅ ਥੱਲੇ ਆ ਕੇ ਕੀਤੀ। ਪਰ ਜੋ ਨੁਕਸਾਨ ਕੀਤਾ ਉਹਨਾਂ ਨੇ, ਜੋ ਉਹਨਾਂ ਨੇ ਸਾਡਾ ਘਰਾਂ ਦੇ ਵਿੱਚ ਨੁਕਸਾਨ ਹੋਇਆ, ਜੋ ਪਾਣੀ ਨੂੰ ਸਾਫ਼ ਕਰਨ ਦਾ, ਰਸਮਜੀਤ ਸਿੰਘ ਮੈਂ ਤੁਹਾਡੀ ਸਾਰੀਆਂ ਗੱਲਾਂ ਸਹਿਮਤ ਹਾਂ ਰਸਮਜੀਤ ਸਿੰਘ, ਪਰ ਜਿਹੜਾ ਉਸ ਫੈਕਟਰੀ ਵਿੱਚ ਲੋਕ ਕੰਮ ਕਰਦੇ ਸੀ ਉਹਨਾਂ ਬਾਰੇ ਕਦੇ ਕਿਸੇ ਨੇ ਸੋਚਿਆ? ਉਹ ਇਹਦਾ ਮਤਲਬ ਹੈ ਕਿ ਤੁਸੀਂ ਲੋਕਾਂ ਨੂੰ ਮਾਰਨ ਦੇ ਵਿੱਚ ਨੌਕਰੀ ਦੇ ਦਿਓ ਤੇ ਇਹਦਾ ਮਤਲਬ ਹੈ ਵੀ ਉਹ ਨੌਕਰੀ ਇੰਪੋਰਟੈਂਟ ਹੈ ਕਿ ਲੋਕ ਬਚਾਉਣੇ ਇੰਪੋਰਟੈਂਟ ਆ? ਹਸਪਤਾਲ ਹੁੰਦੇ ਆ ਲੋਕਾਂ ਨੂੰ ਬਚਾਉਣ ਲਈ, ਤੇ ਤੁਸੀਂ ਫੈਕਟਰੀਆਂ ਇਹੋ ਜਿਹੀਆਂ ਲਾ ਦਿਓ ਜਿੱਥੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿਓ। ਉਹ ਫੈਕਟਰੀਆਂ ਦਾ ਕੀ ਕਰਨਾ? ਭੱਠ ਪੈ ਸੋਨਾ ਜਿਹੜਾ ਕੰਨਾਂ ਨੂੰ ਖਾਏ। ਨਹੀਂ ਪ੍ਰਸਮਜੀਤ ਸਿੰਘ ਮੇਰਾ ਸਵਾਲ ਇਸ ਕਰਕੇ ਸੀਗਾ, ਜੇ ਸਰਕਾਰ ਉਸ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਦਿੱਤੀ, ਉਹਨਾਂ ਤੇ ਵੀ ਬੜੇ ਸਵਾਲ ਹੈਗੇ ਆ, ਉਹ ਹੁਕਮ ਲਾਗੂ ਹੋਣਗੇ ਨਹੀਂ ਹੋਣਗੇ ਬਾਅਦ ਦਾ ਸਵਾਲ ਆ ਪ੍ਰਸਮਜੀਤ ਸਿੰਘ, ਪਰ ਉਹ ਹੁਕਮ ਲਾਗੂ ਕਰਨ ਵੇਲੇ ਇਹ ਤਾਂ ਦੱਸਣਾ ਚਾਹੀਦਾ ਨਾ ਭਾਈ ਜਿਹੜੇ ਇੱਥੋਂ ਬੇਰੁਜ਼ਗਾਰ ਹੋਣਗੇ ਉਹਨਾਂ ਲਈ ਅਸੀਂ ਪ੍ਰਬੰਧ ਆ ਕੀਤਾ, ਜਿਹੜੇ ਬਿਮਾਰੀਆਂ ਨਾਲ ਮਰੇ ਉਹਨਾਂ ਲਈ ਅਸੀਂ ਆਹ ਪ੍ਰਬੰਧ ਕੀਤਾ, ਜਿਹੜੀਆਂ ਇੱਥੇ ਪਾਣੀ ਦੂਸ਼ਿਤ ਹੋ ਰਿਹਾ ਉਹਦੇ ਲਈ ਅਸੀਂ ਆਹ ਪ੍ਰਬੰਧ ਕੀਤਾ। ਉਹ ਰੋਡਮੈਪ ਵੀ ਸਾਡੇ ਸਾਹਮਣੇ ਹੋਣਾ ਚਾਹੀਦਾ ਨਾ। ਇਹੋ ਹੀ ਬੇਨਤੀ ਕਰ ਰਿਹਾ ਉਹਨਾਂ ਨੇ। ਦੇਖੋ ਲੋਕ ਇੰਨੇ ਸਿਆਣੇ ਹੋ ਗਏ ਆ, ਲੋਕ ਨਿੱਕੀ ਜੀ ਗੱਲ ਦੇ ਉੱਤੇ, ਪਹਿਲਾਂ ਕੀ ਹੁੰਦਾ ਸੀ ਆ, ਪਹਿਲਾਂ ਤਾਂ ਧਰਨੇ ਰਿਚੁਅਲ ਹੁੰਦੇ ਸੀ, ਫਿਰ ਧਰਨਿਆਂ 'ਚ ਇਹ ਸੀ ਵੀ ਥੋੜੀ ਬਹੁਤ ਅਚੀਵਮੈਂਟ ਜ਼ਰੂਰ ਹੋ ਜਾਏ। ਹੁਣ ਉਹ ਇਹ ਕਹਿੰਦੇ ਆ ਵੀ ਤੁਸੀਂ ਇੱਕ ਕੰਮ ਠੀਕ ਕੀਤਾ, ਬਾਕੀ ਦੇ ਵੀ ਠੀਕ ਕਰੋ। ਉਹਨਾਂ ਨੇ ਐਲਾਨ ਕਰ ਦਿੱਤਾ, ਨਵਾਂ ਸ਼ਹਿਰ ਵਾਲਿਆਂ ਨੇ ਵੀ ਕਹਿ ਦਿੱਤਾ ਕਿ ਸਾਡੇ ਸਿਰ ਤੇ ਸਵਾਹ ਪਾਉਂਦਾ, ਥਰਮਲੇ ਨੂੰ ਬੰਦ ਕਰੋ। ਅੰਮ੍ਰਿਤਸਰ ਵਾਲਿਆਂ ਨੇ ਕਹਿਤਾ ਉੱਥੇ ਦੀ ਸ਼ਰਾਬ ਫੈਕਟਰੀ ਜਿਹੜੀ ਰਾਣਾ ਗੁਰਜੀਤ ਦੀ ਹੈ ਉਹ ਵੀ ਇਸੇ ਤਰਜ਼ ਦੇ ਉੱਤੇ ਆ, ਉਹਦਾ ਵੀ ਅਸੀਂ ਇਸ਼ੂ ਸਾਰੀ ਇੰਡਸਟਰੀ ਬੰਦ ਕਰਵਾ ਦੋ ਨਾ ਪ੍ਰਸਮਜੀਤ ਸਿੰਘ ਪੰਜਾਬ ਚੋਂ। ਹੋ ਰਹੀ ਹੈ, ਹੋ ਜਾਊਗੀ ਜਿੱਧਰ ਨੂੰ ਲੋਕ ਕੀ ਫਿਰ ਇਹ ਠੇਕਾ ਲਿਆ ਹੈ ਇਹਨਾਂ ਨੇ ਸਾਰੀ ਇੰਡਸਟਰੀ ਨੇ ਗੰਦ ਪਾਉਣ ਦਾ, ਜਿੰਨੀ ਜ਼ਹਿਰ ਫੈਲਾਈ ਹੈ ਬੁੱਢੇ ਨਾਲੇ ਦੇ ਵਿੱਚ ਤੇ ਹੋਰ ਲੋਕਾਂ ਦੀ ਤਬਾਹੀ ਹੋ ਜੇ ਤੇ ਇਹਨਾਂ ਦੇ ਜੇਬਾਂ 'ਚ ਪੈਸੇ ਜਾਣ। ਸਾਨੂੰ ਇਹ ਰੁਜ਼ਗਾਰ ਨਹੀਂ ਚਾਹੀਦਾ। ਚਲੋ ਮੈਂ ਵਾਪਸ ਆਊਂਗਾ ਪ੍ਰਸਮਜੀਤ, ਵਾਪਸ ਆਊਂਗਾ। ਡਾਕਟਰ ਜੀਵ ਖੋਸਲਾ ਜਦੋਂ ਮੁੱਖ ਮੰਤਰੀ ਸਾਹਿਬ ਇਹ ਕਹਿਣ ਕਿ ਸਨਅਤ ਵਿੱਚ ਇਹੋ ਜਿਹੇ ਮੌਕੇ ਪੈਦਾ ਕੀਤੇ ਜਾਣਗੇ, ਤੁਹਾਨੂੰ ਯਾਦ ਹੋਊਗਾ ਕਿ ਪੰਜਾਬ ਵਿੱਚ ਇੰਡਸਟਰੀ ਸਮਿਟ ਵੀ ਹੋਣ ਵਾਲੀ ਹੈ ਬਹੁਤ ਜਲਦੀ, ਉਸ ਦੇ ਵਿਚਾਲੇ ਇਹ ਧਰਨੇ ਪ੍ਰਦਰਸ਼ਨ ਵੀ ਖਤਮ ਕਰਾਉਣੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਹਾਲਾਂਕਿ ਇਸ ਨੂੰ ਸਿਆਸੀ ਚਸ਼ਮੇ ਨਾਲ ਵੀ ਦੇਖਿਆ ਜਾ ਰਿਹਾ ਕਿ ਚੋਣਾਂ ਆ ਰਹੀਆਂ, ਇਸ ਕਰਕੇ ਮੇਰਾ ਸਵਾਲ ਹੈ ਜੇ ਸਾਰੀ ਸਨਅਤ ਤੇ ਸਵਾਲ ਚੁੱਕ ਦਾਂਗੇ ਫਿਰ ਰੁਜ਼ਗਾਰ ਕਿਹੜੀ ਸਨਅਤ ਤੋਂ ਮਿਲੂਗਾ ਸਰ? ਖੋਸਲਾ ਜੀ ਬਿਲਕੁਲ ਠੀਕ ਹੈ ਜੀ। ਜਿੰਨੀ ਕੁ ਵੀ ਸਾਡੇ ਕੋਲ ਸਨਅਤੀ ਸੈਕਟਰ ਹੈਗਾ, ਸਨਅਤੀ ਖੇਤਰ ਜਿੰਨਾ ਵੀ ਹੈ, ਜੇ ਅਸੀਂ ਉਹਨੂੰ ਵੀ ਤਬਾਹ ਕਰ ਲਾਂਗੇ ਤਾਂ ਫਿਰ ਸਾਡੇ ਕੋਲ ਰੁਜ਼ਗਾਰ ਦੇ ਮੌਕੇ ਨਹੀਂ ਪੈਦਾ ਹੋਣੇ। ਦੇਖੋ ਮੈਂ ਜਿਹੜੀ ਗੱਲ ਕਰਨ ਲੱਗਾ, ਮੈਨੂੰ ਨਹੀਂ ਪਤਾ ਵੀ ਮੇਰੇ ਨਾਲ ਜੇ ਗਰਗ ਸਾਹਿਬ ਨੇ ਤੇ ਪ੍ਰੋਫੈਸਰ ਸਾਹਿਬ ਨੇ ਇਸ ਚੀਜ਼ ਦੇ ਨਾਲ ਸਹਿਮਤ ਹੋਣਗੇ ਜਾਂ ਨਹੀਂ, ਪਰ ਇੱਕ ਗੱਲ ਪੱਕੀ ਹੈ ਕਿ ਪੀਜੀਬੀ ਸਰਵਿਸਿਜ਼ ਸੈਕਟਰ ਦੇ ਵਿੱਚੋਂ ਦੀ ਸਾਨੂੰ ਨੌਕਰੀਆਂ ਨਹੀਂ ਮਿਲ ਸਕਦੀਆਂ। ਜਿੱਦਾਂ ਦੀ ਅਸੀਂ ਗੱਲ ਦੇਖ ਰਹੇ ਹਾਂ ਵੀ ਸਰਵਿਸ ਸੈਕਟਰ, ਸਟਾਰਟਅਪ ਸੈਕਟਰ ਜਿਹੜਾ ਸੀਗਾ, ਇਹਨਾਂ ਤੋਂ ਨੌਕਰੀ ਕੱਢਣ ਦੀ ਅਸੀਂ ਕੋਸ਼ਿਸ਼ ਕੀਤੀ ਹੈ, ਉਹਦੇ ਚੋਂ ਜ਼ਿਆਦਾ ਦੇਰ ਅਸੀਂ ਨਹੀਂ ਖਾ ਸਕਾਂਗੇ, ਨਹੀਂ ਉੱਥੇ ਨਿਆਣਿਆਂ ਨੂੰ ਨੌਕਰੀ ਅਸੀਂ ਦਵਾ ਸਕਦੇ। ਅਲਟੀਮੇਟਲੀ ਜਿਹੜਾ ਹੈ ਸਨਅਤੀ ਖੇਤਰ ਨੂੰ ਕਿਤੇ ਨਾ ਕਿਤੇ ਡਿਵੈਲਪ ਕਰਨ ਦੀ ਲੋੜ ਹੈ ਤਾਂ ਕਿ ਸਾਡੇ ਬੱਚਿਆਂ ਨੂੰ ਨੌਕਰੀਆਂ ਉੱਥੇ ਮਿਲ ਸਕਣ। ਨਾਲੇ ਮੋਰ ਓਵਰ ਸਰਵਿਸ ਸੈਕਟਰ ਦਾ ਸਭ ਤੋਂ ਵੱਡਾ ਜਿਹੜਾ ਲੈਕਿਊਨਾ ਹੈ, ਜਿਹੜੀ ਸਭ ਤੋਂ ਵੱਡੀ ਉਹਦੀ ਸਮੱਸਿਆ ਹੈ, ਉਹ ਇਹ ਹੈ ਕਿ ਉੱਥੇ ਪੜ੍ਹਿਆ ਲਿਖਿਆ ਰੁਜ਼ਗਾਰ ਜਿਹੜਾ ਨੌਜਵਾਨ ਹੈ ਉਹਨੂੰ ਨੌਕਰੀ ਮਿਲ ਸਕਦੀ ਹੈ, ਆਮ ਬੰਦੇ ਸਾਰਿਆਂ ਨੂੰ ਨੌਕਰੀ ਨਹੀਂ ਦੇ ਸਕਦਾ ਸਰਵਿਸਿਜ਼ ਸੈਕਟਰ ਜਾਂ ਸਟਾਰਟਅਪ ਸੈਕਟਰ। ਇਸ ਕਰਕੇ ਜੇ ਅਸੀਂ ਐਗਰੀਕਲਚਰ ਦੇ ਵਿੱਚੋਂ, ਖੇਤੀਬਾੜੀ 'ਚ ਜਿੱਥੇ ਆਲਰੇਡੀ ਇੰਨਾ ਪ੍ਰੈਸ਼ਰ ਹੈ, ਜੇ ਬੱਚਿਆਂ ਨੂੰ ਕੱਢਣਾ ਤਾਂ ਸਨਅਤੀ ਖੇਤਰ ਜਿਹੜਾ ਹੈ ਉਹਨੂੰ ਕਿਤੇ ਨਾ ਕਿਤੇ ਰਿਵਾਈਵ ਕਰਨ ਦੀ ਲੋੜ ਹੈ। ਅਸੀਂ ਸਟਾਰਟਅਪ ਜਾਂ ਸਰਵਿਸ ਸੈਕਟਰ ਦੇ ਉੱਤੇ ਪੂਰੇ ਤਰੀਕੇ ਨਾਲ ਨਿਰਭਰ ਨਹੀਂ ਹੋ ਸਕਦੇ। ਨਹੀਂ ਡਾਕਟਰ ਖੋਸਲਾ, ਮੇਰਾ ਸਵਾਲ ਹੋਰ ਸੀਗਾ। ਡਾਕਟਰ ਖੋਸਲਾ ਮੈਂ ਤਾਂ ਇਹ ਪੁੱਛ ਰਿਹਾ ਨਾ, ਜੇ ਸਨਅਤੀ ਖੇਤਰ ਨੂੰ ਰਿਵਾਈਵ ਕਰਨਾ ਜਾਂ ਹੋਰ ਖੇਤਰ ਨੂੰ ਰਿਵਾਈਵ ਕਰਨਾ, ਜਿਹੜਾ ਸਰਕਾਰ ਇਹ ਦਾਅਵਾ ਕਰਦੀ ਸੀ ਕਿ ਅਸੀਂ ਜਹਾਜ਼ ਆ ਭਰ ਨਹੀਂ ਜਾਣ ਦੇਵਾਂਗੇ ਬਾਹਰ, ਉਹ ਜਹਾਜ਼ ਆ ਜਿਹੜੇ ਚੰਗੇ ਲੱਗਦੇ ਆ ਸਾਨੂੰ ਜਾਣ ਪ੍ਰਵਾਸ ਕਰਨ ਪੰਜਾਬੀ, ਕੋਈ ਦਿੱਕਤ ਨਹੀਂ? ਨਹੀਂ ਬਿਲਕੁਲ ਨਹੀਂ ਜੀ, ਉਹ ਨਹੀਂ ਠੀਕ ਹੈਗਾ। ਸਾਡੇ ਬੱਚੇ ਬਾਹਰ ਕਿਉਂ ਜਾਣ, ਕਿਉਂ ਕਿਸੇ ਮਾਂ-ਬਾਪ ਦੇ ਬੱਚੇ ਦੂਰ ਜਾਣ, ਜਦੋਂ ਇੱਥੇ ਹੀ ਰੁਜ਼ਗਾਰ ਦੇ ਜੇ ਸਹੀ ਵਸੀਲੇ ਹੋਣ, ਅਪੋਰਚੁਨਿਟੀਜ਼ ਹੋਣ, ਮੌਕੇ ਹੋਣ ਤਾਂ ਇੱਥੇ ਹੀ ਬੱਚਿਆਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ। ਉਹਦੇ ਵਾਸਤੇ ਸਰਕਾਰ ਨੂੰ ਆਪ ਅੱਗੇ ਵੱਧ ਕੇ ਆਪ ਇਨਵੈਸਟਮੈਂਟ ਕਰਨ ਦੀ ਲੋੜ ਹੈ। ਜਿਹੜੀ ਅਸੀਂ ਇਨਵੈਸਟਮੈਂਟ ਦੇਖ ਰਹੇ ਹਾਂ, ਜਿਹੜੀ ਕੇਪੀ ਜੀ ਤੁਸੀਂ ਗੱਲ ਕਰ ਰਹੇ ਹੋ ਇਨਵੈਸਟ ਇਨ ਪੰਜਾਬ, ਉਹ ਕਿੱਥੋਂ ਆ ਸਕਦੀ ਹੈ? ਹਜੇ ਅਸੀਂ ਤਾਂ ਜਰਮਨੀ ਵੀ ਜਾ ਕੇ ਦੇਖ ਲਿਆ, ਅਸੀਂ ਤਾਮਿਲਨਾਡੂ ਦੇ ਵਿੱਚ ਵੀ ਗਏ ਸੀਗੇ, ਹੈਦਰਾਬਾਦ ਦੇ ਵਿੱਚ ਵੀ ਜਾ ਕੇ ਦੇਖਿਆ ਵੀ ਕਿਤੋਂ ਇਨਵੈਸਟਮੈਂਟ ਮਿਲ ਜੇ, ਕਿਤੋਂ ਦਾ ਨਿਵੇਸ਼ ਮਿਲ ਜੇ। ਉਹ ਨਹੀਂ ਆ ਸਕਦੀ, ਏਦਾਂ ਨਹੀਂ ਆਏਗੀ। ਔਰ ਖਾਸ ਕਰਕੇ ਜਦੋਂ ਵਿਆਜ ਇੰਨੇ ਵਧੇ ਹੋਏ ਆ, ਕਿੱਥੋਂ ਦੀ ਆ ਸਕਦੀ ਹੈ ਉਹ ਇਨਵੈਸਟਮੈਂਟ? ਚਲੋ ਠੀਕ ਹੈ ਡਾਕਟਰ ਗਰਗ ਬਹੁਤ ਸੰਖੇਪ ਵਿੱਚ ਮੈਨੂੰ ਤੁਹਾਡੇ ਤੋਂ ਜਵਾਬ ਚਾਹੀਦਾ। ਡਾਕਟਰ ਗਰਗ, ਜੋ ਅਸੀਂ ਧਰਨੇ ਪ੍ਰਦਰਸ਼ਨ ਕਰਾਂਗੇ, ਮੁਜ਼ਾਹਰੇ ਕਰਾਂਗੇ, ਫਿਰ ਕਿਹੜੀ ਇੰਡਸਟਰੀ ਇੱਥੇ ਆਊਗੀ ਸਾਡੇ ਕੋਲੇ? ਡਾਕਟਰ ਗਰਗ
ਦੇਖੋ, ਜੇ ਤੁਸੀਂ ਇਹ ਸਵਾਲ ਦਾ ਜਵਾਬ ਦੇਣਾ ਹੋਵੇ ਕਿ ਕਿਹੜੀ ਇੰਡਸਟਰੀ ਆਊਗੀ, ਪਹਿਲਾਂ ਐਂ ਤਾਂ ਦੇਖ ਲਈ ਰੁਜ਼ਗਾਰ ਮਿਲਦਾ ਕਿੱਥੇ ਹੈ। ਹਾਂ ਪੰਜਾਬ ਦੇ ਵਿੱਚ 98,97,000 ਬੰਦਾ ਕਹਿੰਦੇ ਨੇ ਜੀ ਵਰਕਰ ਹੈ, ਜੋ ਸੈਂਸਸ ਕਹਿ ਰਹੀ ਹੈ, ਇਹ ਸੈਂਸਸ ਦਾ ਡਾਟਾ ਹੈ। ਉਹਦੇ ਚੋਂ 36 ਲੱਖ ਜਿਹੜਾ ਹੈ ਉਹ ਖੇਤੀ 'ਚ ਹੈ ਸਿੱਧਾ। ਅਜੇ ਮੈਂ ਪੱਲੇਦਾਰ, ਝਰਾਈ ਵਾਲੇ, ਭਰਾਈ ਵਾਲੇ, ਟਰਾਂਸਪੋਰਟ ਵਾਲੇ, ਆੜਤੀਏ, ਮਨੀਮ, ਇਹ ਨਹੀਂ ਜੁੜੇ। ਢਾਬਿਆਂ ਵਾਲੇ ਉੱਥੇ ਜਿਹੜੇ ਮੰਡੀਆਂ 'ਚ ਨੇ ਢਾਬੇ, ਇਹ ਨਹੀਂ ਜੁੜੇ ਇਹਦੇ 'ਚ। 36 ਲੱਖ ਦੇ ਵਿੱਚੋਂ 19 ਲੱਖ ਜਿਹੜਾ ਹੈ ਉਹ ਤਕਰੀਬਨ 19.25 ਲੱਖ ਖੁਦ ਕਾਸ਼ਤਕਾਰ ਹੈ, ਤੇ 16.5 ਲੱਖ ਜਿਹੜਾ ਹੈਗਾ ਉਹ ਹੈਗਾ ਆਪਣਾ ਇਹ ਖੇਤ ਮਜ਼ਦੂਰ। ਸੋ ਤੀਜੇ ਹਿੱਸੇ ਤੋਂ ਵੱਧ 36%, 36.5% ਰੁਜ਼ਗਾਰ ਖੇਤੀ 'ਚ ਹੈ ਸਿੱਧੇ ਤੌਰ ਤੇ। ਜੇ ਟੇਢਾ ਰੁਜ਼ਗਾਰ ਉਹਦੇ 'ਚੋਂ ਦੇ ਦਈਏ, ਸਿੱਧਾ ਜਿਹਨੂੰ ਕਹਿੰਦੇ ਨੇ, ਤੇ ਉਹ ਤਕਰੀਬਨ 45% ਬਣ ਜਾਂਦਾ ਪੰਜਾਬ 'ਚ ਵੀ। ਹੁਣ ਦੂਜਾ ਪਾਸਾ, ਦੂਜਾ ਸਾਡੇ ਕੋਲ ਸਰੋਤ ਹੈ, ਇਹਨੂੰ ਕਹਿੰਦੇ ਪ੍ਰਾਇਮਰੀ ਸੈਕਟਰ। ਦੂਜਾ ਸਾਡੇ ਕੋਲ ਸਰੋਤ ਹੈ ਇੰਡਸਟਰੀ, ਜਿਹਦੇ ਤੋਂ ਸਾਰੀ ਦੁਨੀਆ ਦਾ ਜ਼ੋਰ ਲਾਇਆ ਹੋਇਆ, ਇਹਨੂੰ ਕਹਿੰਦੇ ਨੇ ਸੈਕੰਡਰੀ। ਇੰਡਸਟਰੀ ਦੇ ਵਿੱਚ 4 ਤਰ੍ਹਾਂ ਦੀ ਇੰਡਸਟਰੀ ਹੈ। ਇੱਕ ਵੱਡੀ ਇੰਡਸਟਰੀ ਹੈ, ਇੱਕ ਦਰਮਿਆਨੀ ਇੰਡਸਟਰੀ ਹੈ, ਇੱਕ ਲਘੂ ਉਦਯੋਗ ਨੇ, ਸਮਾਲ ਸਕੇਲ ਕਹਿੰਦੇ ਨੇ ਉਹਨੂੰ, ਇੱਕ ਗ੍ਰਾਮ ਉਦਯੋਗ ਨੇ, ਖਾਦੀ ਗ੍ਰਾਮ ਉਦਯੋਗ, ਸਾਬਣ ਬਣਾ ਲਈ, ਤੇਲ ਬਣਾ ਲਿਆ, ਇਸ ਤਰ੍ਹਾਂ ਦਾ, ਖੰਡਸਰੀ ਬਣਾ ਲਈ, ਮਿੱਟੀ ਦੇ ਭਾਂਡੇ ਬਣਾ ਲਏ। ਹੁਣ ਆਪਾਂ ਰੁਜ਼ਗਾਰ ਦੇਖੀਏ ਕਿੰਨਾ ਦਿੰਦੇ ਨੇ। ਜਿਹੜੀ ਸਮਾਲ ਸਕੇਲ ਇੰਡਸਟਰੀ ਹੈ ਉਹ 21.5 ਲੱਖ ਲੋਕਾਂ ਨੂੰ ਰੁਜ਼ਗਾਰ ਦੇ ਰਹੀ ਹੈ ਪੰਜਾਬ 'ਚ। ਜਿਹੜੀ ਗ੍ਰਾਮ ਉਦਯੋਗ ਹੈ ਉਹ 3.5 ਲੱਖ ਨੂੰ ਦੇ ਰਹੀ ਹੈ, ਤੇ ਜਿਹੜੀ ਵੱਡੀ ਤੇ ਦਰਮਿਆਨੀ ਇੰਡਸਟਰੀ ਹੈ ਉਹਦੇ 'ਚ 2.25 ਲੱਖ ਲੋਕਾਂ ਨੂੰ ਰੁਜ਼ਗਾਰ ਹੈ। ਇਹ ਸਰਕਾਰ ਦੇ ਅੰਕੜੇ ਨੇ, ਪਿਛਲੇ ਬਜਟ 'ਚ ਪੇਸ਼ ਹੋਏ ਨੇ, ਛਪੇ ਹੋਏ ਨੇ। ਇੱਕ ਗੱਲ ਇਹ ਤੋਂ ਤੁਸੀਂ ਹਿਸਾਬ ਲਾ ਲਓ ਵੀ ਜਿਹੜੇ 590 ਯੂਨਿਟ ਨੇ ਦਰਮਿਆਨੇ ਤੇ ਵੱਡੇ, ਉਹ ਤਾਂ ਰੁਜ਼ਗਾਰ ਤਾਂ ਸਾਰਾ ਹੀ ਦਿੰਦੇ ਨੇ 2.25 ਲੱਖ। ਪੂੰਜੀ ਜਿਹੜੀ ਛੋਟੀ ਇੰਡਸਟਰੀ ਹੈ, ਹੁਣ ਦੂਜਾ ਪਾਸਾ ਪੂੰਜੀ ਕਿੰਨੀ ਲੱਗਦੀ ਹੈ, ਪੈਸਾ ਸਾਡੇ ਕੋਲ ਕਹਿੰਦੇ ਹੈ ਨਹੀਂ, ਬਾਹਰੋਂ ਕਿੱਥੋਂ ਆਊਗਾ। 36,000 ਕਰੋੜ ਰੁਪਈਆ ਖਰਚਾ ਉਹਦਾ ਹੈਗੀ ਹੈ ਇਨਵੈਸਟਮੈਂਟ, ਜਿਹੜੀ ਛੋਟੀ ਇੰਡਸਟਰੀ ਹੈ। ਜਿਹੜੀ ਵੱਡੀ ਤੇ ਦਰਮਿਆਨੀ ਹੈ ਉਹਦੀ 86,000 ਕਰੋੜ ਹੈ। ਸੋ 2.5 ਗੁਣਾ ਪੈਸਾ ਲਾਉਣਾ ਪੈ ਰਿਹਾ। ਇਸ ਤੋਂ ਅੱਗੇ ਉਤਪਾਦਨ ਵੀ ਅਸੀਂ ਤਾਂ ਜੇ ਬਾਹਰ ਭੇਜ ਦਾਂਗੇ ਸਮਾਨ, ਸਾਡਾ ਅਰਥਚਾਰਾ ਐਂ ਚੱਲੂਗਾ। ਜਿਹੜੀ ਛੋਟੀ ਇੰਡਸਟਰੀ ਹੈ ਉਹਦਾ ਉਤਪਾਦਨ ਦਾ ਕੀਮਤ 1,51,000 ਕਰੋੜ ਹੈ ਇੱਕ ਸਾਲ ਦੀ, ਤੇ ਜਿਹੜੀ ਵੱਡੀ ਤੇ ਦਰਮਿਆਨੀ ਉਹਦੀ 1,61,000 ਹੈ। ਜੇ ਅਸੀਂ ਦੇਖੀਏ ਪੋਲਿਊਸ਼ਨ ਤੇ ਜਗ੍ਹਾ ਘੇਰਨਾ, ਉਹ ਸਭ ਤੋਂ ਜ਼ਿਆਦਾ ਵੱਡੀ ਤੇ ਦਰਮਿਆਨੀ ਕਰ ਰਹੀ ਹੈ। ਪੋਲਿਊਸ਼ਨ ਕੰਟਰੋਲ ਬੋਰਡ ਦੇ ਜਿਹੜਾ ਕਿ ਅੰਕੜੇ ਇਹੋ ਜਿਹੇ ਹੁੰਦੇ ਨੇ, ਉਹ ਦੱਸਦੇ ਨੇ ਵੀ ਪੰਜਾਬ ਦੀ 80% ਇੰਡਸਟਰੀ ਜਾਂ ਲਾਲ ਹੈ ਜਾਂ ਸੰਤਰੀ ਹੈ, ਹਰੀ ਨਹੀਂ ਹੈ, ਗ੍ਰੀਨ ਨਹੀਂ ਹੈ, ਜਿਹਨੂੰ ਆਪਾਂ ਕਹਿੰਦੇ ਗ੍ਰੀਨ ਐਨਰਜੀ ਫਲਾਣੀ। ਤੇ ਉਹ ਕਹਿੰਦੇ ਨੇ ਵੀ ਲੱਗੇ ਤਾਂ ਸਾਰਿਆਂ ਦੇ ਇਹ ਐਫਲੂਐਂਟ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਨੇ, ਹੈ ਉਹਨਾਂ ਦੇ ਇਲੈਕਟ੍ਰੋਸਟੈਟਿਕ ਲੱਗੇ ਹੋਏ ਨੇ ਵੀ ਤਾਂ ਕਿ ਉੱਤੇ ਕੰਨ ਨਾ ਬਾਹਰ ਨਿਕਲ। ਉਹਨਾਂ ਪੁੱਛੋ ਕੰਨ ਤਾਂ ਨਿਕਲਦੇ ਨਹੀਂ, ਧੂਏ ਜਿਹੜੀ ਸਵਾਹ ਦੀ ਧੂੜ ਹੈ ਉਹ ਤਾਂ ਨਿਕਲਦੀ ਹੋਈ ਹੈ ਨਾ, ਉਹਨੂੰ ਤਾਂ ਥੋੜ੍ਹਾ ਇਲੈਕਟ੍ਰੋਸਟੈਟਿਕ। ਸੋ ਅਸੀਂ 2 ਨੰਬਰ ਦਾ ਕੰਮ ਕਰ ਰਹਾਂਗੇ। ਜਿਹੜੀ ਇੰਡਸਟਰੀ ਸਾਡਾ ਪੈਸਾ ਪੂੰਜੀ ਵੀ ਜ਼ਿਆਦਾ ਚਾਹੁੰਦੀ ਹੈ, ਸਾਡੀ ਜ਼ਮੀਨ ਵੀ ਜ਼ਿਆਦਾ ਲੈਂਦੀ ਹੈ, ਪੋਲਿਊਸ਼ਨ ਵੀ ਜ਼ਿਆਦਾ ਪੈਦਾ ਕਰਦੀ ਹੈ, ਤੇ ਰੁਜ਼ਗਾਰ ਦਿੰਦੀ ਨਹੀਂ, ਤੇ ਉਤਪਾਦਨ ਦਾ ਵੀ ਇਹੋ ਜਿਹੀ ਹਾਲ ਹੈ, ਉਹ ਜਿਹੀ ਇੰਡਸਟਰੀ ਨੂੰ ਕਰਨਾ ਕੀ ਹੈ। ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲਵਾਂ ਡਾਕਟਰ ਕਰ, ਮੈਂ ਵਾਪਸ ਆਊਂਗਾ। ਜ਼ਿੰਦਗੀ ਤੇ ਭਾਰੀ ਜਿਹੜੀ ਸਨਅਤ ਹੋਊਗੀ ਉਹਦੇ ਰਾਹੀਂ ਜੇ ਰੁਜ਼ਗਾਰ ਸਾਨੂੰ ਮਿਲੂਗਾ, ਉਹਦਾ ਕਰਨਾ ਕੀ ਡਾਕਟਰ ਕਰ ਕਹਿ ਰਹੇ ਆ। ਵਾਪਸ ਆ ਰਿਹਾ, ਸਵਾਲ ਬਹੁਤ ਸਾਰੇ ਆ। ਪੰਜਾਬ ਬੇਰੁਜ਼ਗਾਰੀ ਨਾਲ ਕਿਵੇਂ ਨਜਿੱਠੇਗਾ? ਫਿਰ ਤੋਂ ਤੁਹਾਡਾ ਸਵਾਗਤ ਕਰਦੇ ਡਾਕਟਰ ਰਾਜੀਵ ਖੋਸਲਾ, ਪ੍ਰੋਫੈਸਰ ਮਨਜੀਤ ਸਿੰਘ ਤੇ ਡਾਕਟਰ ਗਰਗ ਨੇ ਜਿਹੜੇ ਮੁੱਦੇ ਚੁੱਕੇ ਆ, ਉਹ ਕਹਿੰਦੇ ਜ਼ਿੰਦਗੀ ਤੇ ਭਾਰੀ ਜਿਹੜਾ ਸਾਡੀ ਸਨਅਤ ਹੈ ਉਹਦੇ ਰਾਹੀਂ ਰੁਜ਼ਗਾਰ ਕਿਉਂ ਲੈਣਾ ਅਸੀਂ। ਡਾਕਟਰ ਰਾਜੀਵ ਖੋਸਲਾ, ਹੱਲ ਤਾਂ ਦੱਸੋ ਨਾ, ਦਾ ਹੱਲ ਕੀ ਹੈ ਫਿਰ? ਜੇ ਉਹ ਕਹਿ ਰਹੇ 80% ਸਾਡੇ ਜਿਹੜੀ ਸਨਅਤ ਹੈ ਉਹ ਗ੍ਰੀਨ ਜ਼ੋਨ ਦੇ ਵਿੱਚ ਨਹੀਂ ਆਉਂਦੀਗੀ, ਇਹਦਾ ਮਤਲਬ ਇਹ ਤਾਂ ਬਹੁਤ ਵੱਡਾ ਸਵਾਲ ਹੈ। ਕਹਿੰਦੇ 2 ਨੰਬਰ 'ਚ ਇੰਡਸਟਰੀ ਖੁੱਲ੍ਹੀ ਹੋਈ ਹੈ। ਡਾਕਟਰ ਖੋਸਲਾ, ਇਹਦਾ ਸੋਲੂਸ਼ਨ ਕੀ ਹੈ? ਮੈਂ ਜਿਹੜੀ ਗੱਲ ਕੀਤੀ ਸੀ ਕੇਪੀ ਜੀ, ਮੈਂ ਉਸ ਨੂੰ ਦੁਹਰਾਉਣ ਲੱਗਾ ਵੀ ਜਿਹੜੀ ਸਰਕਾਰ ਹੈ, ਪਹਿਲਾਂ ਤਾਂ ਸਰਕਾਰ ਇੰਡਸਟਰੀ ਲਾਵੇ। ਜਿਹੜੀਆਂ ਇਹ ਪ੍ਰੋਬਲਮਸ ਹੈ, ਇਹ ਇੱਕ ਜਿਹੜਾ ਸਟੈਪ ਹੈ ਉਸ ਤੋਂ ਬਾਅਦ ਆਉਂਦੀ ਹੈ ਵੀ ਗ੍ਰੀਨ ਹੈ ਜਾਂ ਨਾਨ ਗ੍ਰੀਨ ਹੈ ਜਾਂ ਰੈੱਡ ਹੈ, ਕਿਹੜੀ ਇੰਡਸਟਰੀ ਹੈ। ਪਹਿਲਾਂ ਤਾਂ ਇੰਡਸਟਰੀ ਆਵੇ,
ਔਰ ਜਿਸ ਤਰੀਕੇ ਦੇ ਯਤਨ ਕੀਤੇ ਜਾ ਰਹੇ ਆ ਉਸ ਦੇ ਨਾਲ ਇੰਡਸਟਰੀ ਨਹੀਂ ਆਣੀ, ਉਹਦੇ ਨਾਲ ਤਾਂ ਜਿੱਦਾਂ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਉਹ ਬਾਹਰ ਹੀ ਜਾ ਰਹੀ ਹੈ, ਕਿਉਂਕਿ ਸਾਡਾ ਜਿਹੜਾ ਇਕੋਸਿਸਟਮ ਹੈਗਾ ਇੱਥੇ ਦਾ ਉਹ ਇੰਡਸਟਰੀਜ਼ ਦੇ ਲਈ ਠੀਕ ਨਹੀਂ ਹੈ ਜਿਸ ਤਰ੍ਹਾਂ ਦਾ ਪੰਜਾਬ ਦਾ ਇਕੋਸਿਸਟਮ ਬਣਿਆ ਹੋਇਆ। ਇਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਸਰਕਾਰ ਨੂੰ ਆਪ ਅੱਗੇ ਆਉਣਾ ਚਾਹੀਦਾ, ਆਪ ਇੰਡਸਟਰੀ ਲਾਵੇ। ਇੱਕ ਜਿਹੜੀ ਅਰਥਚਾਰੇ ਦੇ ਵਿੱਚ ਇੱਕ ਸ਼ਬਦਾਵਲੀ ਹੁੰਦੀ ਹੈ, ਉਹਨੂੰ ਕਹਿੰਦੇ ਆ ਜੀ ਕਰਾਊਡ ਇਨ ਇਨਵੈਸਟਮੈਂਟ। ਕਰਾਊਡ ਇਨ ਇਨਵੈਸਟਮੈਂਟ ਦਾ ਮਤਲਬ ਹੁੰਦਾ ਵੀ ਜੇ ਸਰਕਾਰ ਆਪ ਇਨਵੈਸਟ ਕਰੇਗੀ, ਨਿਵੇਸ਼ ਕਰੇਗੀ, ਉਹਦੇ ਨਾਲ ਫਿਰ ਉਹਨੂੰ ਦੇਖ ਕੇ ਇੱਕ ਇਕੋਸਿਸਟਮ ਕ੍ਰੀਏਟ ਹੋਏਗਾ, ਪ੍ਰਾਈਵੇਟ ਪਾਰਟੀਆਂ ਫਿਰ ਆਉਣਗੀਆਂ, ਫਿਰ ਇੰਡਸਟਰੀ ਲੱਗੇਗੀ। ਹੁਣ ਸਰਕਾਰ ਜਿਹੜੀ ਇੰਡਸਟਰੀ ਪਹਿਲਾਂ ਤਾਂ ਇਹ ਲਾਵੇ, ਇੰਡਸਟਰੀ ਲਾਵੇ, ਦੂਸਰੀ ਚੀਜ਼ ਜਿਹੜੀ ਹੈ ਫਿਰ ਉਸ ਤੋਂ ਬਾਅਦ ਗ੍ਰੀਨ, ਰੈੱਡ ਔਰ ਕਿਹੜੇ ਪਾਸੇ ਇੰਡਸਟਰੀ ਲੱਗਣੀ ਹੈ ਉਹ ਸੋਚੇ। ਉਸ ਦੇ ਨਾਲ ਡਾਕਟਰ ਖੋਸਲਾ ਸਰਕਾਰ ਕੋਲ ਇੰਨਾ ਮਾਲੀਆ ਹੈਗਾ ਕਿ ਉਹ ਇੰਡਸਟਰੀ ਲਾ ਸਕੇ? ਬਿਲਕੁਲ ਹੈਗਾ, ਸਰਕਾਰ ਨੂੰ ਪਲੈਨਿੰਗ ਦੇ ਹਿਸਾਬ ਦੇ ਨਾਲ ਚੱਲਣਾ ਚਾਹੀਦਾ। ਬਿਲਕੁਲ ਪੈਸਾ ਜਿਹੜਾ ਹੋਰ ਪਾਸੇ ਲੱਗ ਰਿਹਾ ਬਿਲਕੁਲ ਲੱਗ ਸਕਦਾ। ਇਹ ਚੀਜ਼ ਨਹੀਂ ਹੈ ਕਿ ਸਰਕਾਰ ਕੋਲ ਪੈਸਾ ਨਹੀਂ ਹੈ, ਲੇਕਿਨ ਉਹ ਪੈਸਾ ਲਾ ਕਿੱਥੇ ਰਹੇ ਆ ਉਹ ਜ਼ਿਆਦਾ ਜ਼ਰੂਰੀ ਹੈ ਜੀ ਦੇਖਣਾ। ਡਾਕਟਰ ਜੀਵ ਖੋਸਲਾ, ਜਿਹੜੇ NRIs ਹੈਗੇ ਆ ਉਹ ਇੱਥੇ ਪੈਸਾ ਲਾਉਣਾ ਚਾਹੁੰਦੇ ਆ ਪੰਜਾਬ ਵਿੱਚ। KP ਜੀ, ਮੈਂ ਇੱਕ ਚੀਜ਼ ਤੁਹਾਡਾ ਜਿਹੜਾ ਪਿਛਲਾ ਪ੍ਰਸ਼ਨ ਸੀਗਾ ਉਹਦੇ ਜਵਾਬ ਦੇ ਵਿੱਚ ਦੱਸਣਾ ਚਾਹੁੰਦਾ। ਅਸੀਂ ਪੰਜਾਬ ਦੇ ਲਈ ਕਹਿੰਦੇ 3.25 ਲੱਖ ਕਰੋੜ ਰੁਪਈਆ ਦਾ ਪੰਜਾਬ ਦੇ ਉੱਤੇ ਕਰਜ਼ਾ ਹੈ। 1 ਰੁਪਈਆ ਆਉਂਦਾ ਹੈ ਪੰਜਾਬ ਦੇ ਕੋਲ ਮਾਲੀਏ ਦੇ ਵਿੱਚ, ਉਹਦੇ ਚੋਂ 20 ਤੋਂ 21 ਪੈਸੇ ਖਰਚੇ ਜਾਂਦੇ ਆ। ਕੇਂਦਰ ਦੇ ਉੱਤੇ ਕਿੰਨਾ? ਕੇਂਦਰ ਦਾ ਕਰਜ਼ਾ ਜਿਹੜਾ 155 ਲੱਖ ਕਰੋੜ ਹੈ। 41 ਪੈਸੇ ਜਿਹੜੇ ਨੇ 1 ਰੁਪਏ ਦੇ ਵਿੱਚੋਂ ਕੇਂਦਰ ਸਰਕਾਰ ਦੇ ਜਿਹੜੇ ਨੇ ਉਹ ਸਿਰਫ ਵਿਆਜ ਦੀ ਅਦਾਇਗੀ ਦੇ ਲਈ ਜਾਂਦੇ ਆ। ਤਾਂ ਅਸੀਂ ਇਹ ਨਾ ਦੇਖੀਏ ਵੀ ਪੰਜਾਬ ਦੇ ਵਿੱਚ ਸਮੱਸਿਆ ਕਿੱਥੇ ਹੈ, ਇਸ ਸਮੱਸਿਆ ਦਾ ਇਹਨੂੰ ਕਿੱਥੇ ਲਾਉਣਾ ਹੈ, ਇਹ ਪੈਸਾ ਕਿਹੜੇ ਪਾਸੇ ਲੱਗਣਾ ਚਾਹੀਦਾ ਉਹ ਦੇਖੀਏ, ਉਹਦੀ ਪਲੈਨਿੰਗ ਜਿਹੜੀ ਹੈ। ਮੈਂ ਪਹਿਲਾਂ ਦੱਸਿਆ ਵੀ ਪਹਿਲੀ ਚੀਜ਼ ਜਿਹੜੀ ਹੈ ਸਰਕਾਰ ਆਪ ਨਿਵੇਸ਼ ਕਰੇ, ਨੰਬਰ 2 ਦੇ ਉੱਤੇ ਜੇ ਉਸ ਦੇ ਨਾਲ ਕਰਾਊਡ ਇਨ ਇਨਵੈਸਟਮੈਂਟ ਹੋਏਗਾ। ਤੀਸਰੀ ਚੀਜ਼ ਜਿਹੜੀ ਹੈ ਸਕਿੱਲ ਡਿਵੈਲਪਮੈਂਟ ਕਰੇ। ਇਹ ਨਾ ਹੋਵੇ ਵੀ ਇੰਡਸਟਰੀ ਤਾਂ ਲੱਗ ਜੇ, ਸਨਅਤੀ ਖੇਤਰ ਨੂੰ ਅਸੀਂ ਡਿਵੈਲਪ ਕਰ ਲਈ ਪਰ ਉਹਦੇ 'ਚ ਬੱਚਾ ਨਾ ਹੋਵੇ। ਇਦਾਂ ਦੀ ਟੈਕਨੋਲੋਜੀ ਆ ਰਹੀ ਹੈ ਜੋ ਚਾਈਨਾ ਨੇ ਕੀਤਾ ਹੈਗਾ, ਉਸ ਉੱਥੇ ਲਈ ਅਸੀਂ ਸਕਿੱਲ ਡਿਵੈਲਪਮੈਂਟ ਦੇ ਲਈ ਵੀ ਪੈਸਾ ਖਰਚੀਏ। ਤੀਸਰੀ ਚੀਜ਼ ਇਹਦੇ ਨਾਲ ਜੁੜਦੀ ਹੈ ਜਿਹੜਾ ਡਾਇਸਪੋਰਾ ਬਾਹਰ ਬੈਠਾ ਹੈ ਪੰਜਾਬ ਦੇ, ਜਿਹੜੇ ਪੰਜਾਬੀ ਬਾਹਰ ਨੇ, ਉਹਨਾਂ ਤੋਂ ਪੈਸਾ ਲੈਣ ਦੇ ਯਤਨ ਕਰੀਏ ਕਿਸੇ ਨਾ ਕਿਸੇ ਤਰੀਕੇ ਨਾਲ, ਕਿਉਂਕਿ ਇਸ ਵੇਲੇ ਮਾਰਕੀਟ ਬੋਰਿੰਗਸ ਬਹੁਤ ਜ਼ਿਆਦਾ ਨੇ, ਵਿਆਜ ਜਿਹੜਾ ਹੈ ਬਹੁਤ ਮਹਿੰਗਾ ਹੈ। ਕਿ ਸਾਡੀ ਸਾਖ ਟੁੱਟੀ ਹੋਈ ਹੈ ਪੰਜਾਬ ਸਰਕਾਰ ਦੀ, ਸਾਨੂੰ 10% ਤੋਂ ਥੱਲੇ ਵਿਆਜ ਨਹੀਂ ਮਿਲਣਾ ਮਾਰਕੀਟ ਬੋਰਿੰਗਸ ਦੇ ਵਿੱਚੋਂ। ਜਿਹੜੀ ਕੱਲ ਵੀ ਰਿਜ਼ਰਵ ਬੈਂਕ ਦੀ ਉਹਨੇ ਵੀ ਇਸ ਵੱਲ ਇਸ਼ਾਰਾ ਕੀਤਾ ਤੇ ਸਾਨੂੰ ਪੰਜਾਬੀ ਡਾਇਸਪੋਰਾ ਤੋਂ ਪੈਸਾ ਲੈਣ ਦੀ ਲੋੜ ਹੈ। ਪ੍ਰੋਫੈਸਰ ਮਨਜੀਤ ਸਿੰਘ, ਕਿ ਜਿਹੜਾ ਡਾਇਸਪੋਰਾ ਦੀ ਇਹ ਗੱਲ ਕਰਦੇ ਵੀ ਡਾਕਟਰ ਖੋਸਲਾ, ਕਿ ਉਹ ਡਾਇਸਪੋਰਾ ਤਿਆਰ ਹੈ ਪੰਜਾਬ ਵਿੱਚ ਇਨਵੈਸਟਮੈਂਟ ਕਰਨ ਦੇ ਲਈ? ਜੇ ਉਹ ਤਿਆਰ ਹੈ ਕਿ ਉਹਨਾਂ ਲਈ ਇੱਥੇ ਹਾਲਾਤ ਮਫੀਦ ਹੈ? ਬਿਲਕੁਲ ਨਹੀਂ, ਨਾ ਉਹ ਆਉਣਗੇ। ਕੋਈ ਮੂਰਖ ਹੈ, ਪੈਸਾ ਕਮਾਇਆ ਹੋਇਆ, ਕੋਈ ਉੱਥੇ ਉਹਨਾਂ ਦਾ ਚੋਰੀ ਦਾ ਪੈਸਾ ਇੱਥੇ ਲੈ ਕੇ ਆ ਜਾਣਗੇ ਕਿ ਕੋਈ ਨਹੀਂ, ਖਰਾਬ ਵੀ ਹੋ ਗਿਆ ਤੇ ਕੋਈ ਨਹੀਂ ਹੈ। ਨਹੀਂ ਪ੍ਰੋਫੈਸਰ, ਤੁਸੀਂ ਤਾਂ ਬੜਾ ਨੈਗੇਟਿਵ ਤੁਸੀਂ ਬੋਲ ਰਹੇ ਹੋ। ਸਰਕਾਰ ਤਾਂ ਇਹ ਕਹਿੰਦੀ ਹੈ ਸਾਡੇ ਫਰੈਂਡਸ ਹੈ, ਫਰੈਂਡਸ ਆਫ ਪੰਜਾਬ। ਸਰਕਾਰ ਇਹ ਕਹਿੰਦੀ ਹੈ ਫਰੈਂਡ ਤੇ BMW ਵੀ ਸੀਗੀ, ਉਹਨਾਂ ਨੇ ਅਗਲੇ ਦਿਨ ਹੀ ਬਿਆਨ ਦੇਤਾ, ਐਵੇਂ ਗੱਪ ਮਾਰਦੇ ਆ। ਤੇ ਇਸ ਕਰਕੇ ਉਹ ਛੱਡੋ ਫਰੈਂਡ। ਕੀ ਕਾਰਪੋਰੇਟਾਂ ਦੇ ਕੋਈ ਫਰੈਂਡ ਹੁੰਦੇ ਆ? ਹੱਦ ਹੋ ਗਈ ਆ, ਕੋਈ ਇਸ ਤਰ੍ਹਾਂ ਨਹੀਂ ਹੁੰਦਾ। ਪ੍ਰੋਫਿਟ ਉਹਨਾਂ ਲਈ ਇੱਕੋ ਹੀ ਫਰੈਂਡ ਹੈ, ਉਹਨਾਂ ਦਾ ਨਫਾ ਉਹ ਪ੍ਰੋਫਿਟ ਹੈ। ਇਹ ਦੁਨੀਆ ਦੀ ਜਾਣੀ ਮੰਨੀ ਹੋਈ ਪਰਮੰਨੀ ਹੋਈ ਗੱਲ ਹੈ। ਨਫੇ ਤੋਂ ਇਲਾਵਾ ਉਹਨਾਂ ਨੂੰ ਕੁਛ ਨਹੀਂ ਦੇਖਦਾ, ਨਾ ਭੈਣ ਭਰਾ ਦੇਖਦਾ, ਨਾ ਕੋਈ ਦੋਸਤ ਤੇ ਬਹੁਤ ਦੂਰ ਦੀ ਗੱਲ ਹੈ। ਪੰਜਾਬ ਦਾ ਹੇਜ ਜ਼ਰੂਰ ਹੈ, ਲੋਕਾਂ ਨੂੰ ਇਮੋਸ਼ਨਲ ਜ਼ਰੂਰ, ਪਰ ਲੋਕ ਪੈਸਾ ਥੋੜੀ ਡੋਬਣਾ ਚਾਹੁੰਦੇ। ਇਹ ਨਹੀਂ ਮੈਂ ਕਹਿੰਦਾ ਕਿ NRI ਚਾਹੁੰਦੇ ਨਹੀਂ ਆ, ਕਿੰਨਿਆਂ ਦਾ ਫੋਨ ਆਉਂਦਾ, ਪਰ ਇਹਨਾਂ ਕੋਲ ਪਲੈਨਿੰਗ ਕੀ ਆ? ਅਸੀਂ ਐਵੇਂ ਹਨੇਰੇ 'ਚ ਟੱਕਰਾਂ ਮਾਰ ਰਹੇ ਹਾਂ। ਪਹਿਲੀ ਗੱਲ ਦੇਖੋ, ਡਾਕਟਰ ਗਰਗ ਵਰਗੇ ਸਿਆਣੇ ਬੰਦੇ ਹੈਗੇ ਆ, ਇਹਨਾਂ ਦੇ ਇਹੋ ਜਿਹੇ 2-4 ਬੰਦੇ ਹੋਰ ਨਾਲ ਰਲ ਕੇ ਪਹਿਲਾਂ ਡਾਇਗਨੋਸਿਸ ਤੇ ਪ੍ਰੋਪਰ ਹੋਵੇ ਕਿ ਅਸੀਂ ਚਾਹੁੰਦੇ ਕੀ ਹਾਂ। ਅੰਕੜੇ ਹੋਣ, ਤੁਹਾਨੂੰ ਕੋਲ ਧਰਾਤਲ ਤੇ ਕਾਗਜ਼ ਦੇ ਉੱਤੇ ਇੱਕ ਨਕਸ਼ਾ ਤੈਅ ਹੋਵੇ ਕਿ ਸਾਡੇ ਕੋਲ ਇੰਨੀ ਇੰਡਸਟਰੀ ਆ, ਇੰਨੀ ਮਾੜੀ, ਇੰਨੀ ਚੰਗੀ। ਉਹਨਾਂ ਨੇ ਬੜਾ ਸੋਹਣਾ ਨਕਸ਼ਾ ਖਿੱਚਿਆ। ਤੇ ਇੱਥੇ ਬੇਰੁਜ਼ਗਾਰੀ ਜ਼ਿਆਦਾ, ਇਹੋ ਜਿਹੀ ਸਾਡੇ ਕੋਲ ਮੈਨ ਪਾਵਰ ਅਵੇਲੇਬਲ ਹੈ, ਤੇ ਇੱਥੇ ਸਾਨੂੰ ਪ੍ਰਾਇਓਰਿਟੀ ਦੇ ਬੇਸ ਦੇ ਉੱਤੇ ਇੰਪਲਾਇਮੈਂਟ ਜਨਰੇਟ ਕਰਨੀ ਚਾਹੀਦੀ ਆ। ਜਿਹੜੀ ਬਾਤ ਹੁਣ ਆਪਾਂ ਇੰਡਸਟਰੀ ਨਹੀਂ ਆ ਰਹੀ ਜੀ, ਇੰਡਸਟਰੀ ਨਾਲ ਕੀ ਉਹ ਇੰਪਲਾਇਮੈਂਟ ਲੈ ਕੇ ਆ ਰਹੀ ਹੈ? ਇਸ ਵੇਲੇ ਹਾਲਤ ਤੇ ਇਹ ਬਣੀ ਹੋਈ ਹੈ ਟੈਕਨੋਲੋਜੀ ਦੀ, ਤੁਸੀਂ ਉਹਨੂੰ ਕਹੋਗੇ ਮੇਰੇ ਤੇ ਐਸੇ ਲਿਖ ਦਿਓ, AI ਨੂੰ, ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ, ਤੁਹਾਡੇ ਤੇ ਐਸੇ ਲਿਖ ਕੇ ਨਾ ਪਾ ਦਿਓ, ਐਸੇ ਲਿਖ ਕੇ ਭੇਜ ਦੂਗਾ। ਇਹ ਤੇ ਹਾਲਤ ਆ। ਜਾਣੀ ਟੈਕਨੋਲੋਜੀ ਨੇ ਪਹਿਲਾਂ ਤੇ ਕਨਵੇਅਰ ਬੈਲਟ ਟਾਈਪ ਟੈਕਨੋਲੋਜੀ ਸੀ, ਹੁਣ ਤੇ ਉਹਨਾਂ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਗਿਆ, ਰੋਬੋ ਆ ਗਿਆ। ਉਹ ਵੀ ਇੰਪਲਾਇਮੈਂਟ ਹੈ ਕਿੱਥੇ? ਪੈਸਾ ਆਊਗਾ, ਪ੍ਰੋਫਿਟ ਲੈ ਕੇ ਕਹਾਂ ਜਾਣਗੇ? ਨਹੀਂ ਪ੍ਰੋਫੈਸਰ, ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਟੈਕਨੋਲੋਜੀ ਕਾਰਨ ਅਨਐਮਪਲਾਇਮੈਂਟ ਹੋ ਰਹੀ ਹੈ?
ਨਹੀਂ ਉਹਦੇ ਤੋਂ ਤੁਹਾਡੇ ਕੋਲ ਅਵਾਇਡ ਵੀ ਨਹੀਂ ਕਰ ਸਕਦੇ। ਜੋ ਗਰਗ ਸਾਹਿਬ ਕਹਿ ਰਹੇ ਉਹ ਗੱਲ ਸਮਝੋ। ਸਾਨੂੰ ਪਲੈਨਿੰਗ ਦੀ ਲੋੜ। ਉਹ ਕਹਿ ਰਿਹਾ ਕਿ ਇੰਪਲਾਇਮੈਂਟ ਹੈ ਕਿੱਥੇ? ਆਪਣੇ ਜੇ ਇੰਪਲਾਇਮੈਂਟ ਕਰ ਰਹੇ ਉਹ ਤੇ ਸਮਾਲ ਤੇ ਮਾਰਜਨਲ ਤੇ ਛੋਟੇ ਕਾਰੋਬਾਰਾਂ 'ਚ ਹੈਗੀ ਆ, ਉਸ ਨੂੰ ਤੁਸੀਂ ਦੇਖ ਨਹੀਂ ਰਹੇ। ਕਾਰਪੋਰੇਟਾਂ ਦੀਆਂ ਮਿੰਨਤਾਂ ਕਰਦੇ ਫਿਰਦੇ ਆ, ਮੋਦੀ ਜੀ ਵੀ ਕਰੀ ਫਿਰਦੇ ਆ ਦੇਖੋ ਖੋਸਲਾ ਜੀ ਨੇ ਬੜਾ ਸੋਹਣਾ ਅੰਕੜਾ ਦਿੱਤਾ, 43 ਪੈਸੇ 100 ਤੋਂ, ਜਾਨੀ 43% ਇੰਟਰਸਟ, ਸਿਰਫ ਇੰਟਰਸਟ ਮੋੜਨ ਲਈ ਜਿਹੜਾ ਸਾਡਾ ਕਰਜ਼ਾ ਚਲੇ ਜਾਂਦਾ। ਇਹ ਛੋਟੀ ਗੱਲ ਹੈਗੀ ਆ। ਇਹਦਾ ਮਤਲਬ ਇਹ ਆ ਕਿ ਅੱਜ ਦੇਖੋ ਰਿਜ਼ਰਵ ਬੈਂਕ ਨੇ ਦੇਤਾ ਕਿ OPS ਨਹੀਂ ਲਾਗੂ ਹੋ ਸਕਦੀ, ਇਹਦੇ ਨਾਲ ਦੇਸ਼ ਦੀ ਤੁਹਾਡੀਆਂ ਸੂਬਿਆਂ ਦੀਆਂ ਇਕਨੋਮੀ ਬੜੀ ਤਬਾਹ ਹੋ ਜੂਗੀ। ਕਿੱਥੋਂ ਆ ਰਿਹਾ? ਇਹ ਆ ਰਿਹਾ ਸਾਰਾ IMF ਤੋਂ, ਵਰਲਡ ਬੈਂਕ ਤੋਂ। ਉਹ ਲੋਕ ਇਹਨਾਂ ਦੀ ਬਾਂਹ ਮਰੋੜ ਰਿਹਾ ਕਿ ਤੁਸੀਂ ਸੋਸ਼ਲ ਵੈਲਫੇਅਰ ਦਾ ਕੋਈ ਕੰਮ ਨਹੀਂ ਕਰ ਸਕਦੇ, ਤੁਸੀਂ ਕਿਸਾਨਾਂ ਨੂੰ ਆਪਣੇ ਉਹ ਨਹੀਂ ਦੇ ਸਕਦੇ, MSP ਨਹੀਂ ਦੇ ਸਕਦੇ। ਹੱਦ ਹੋ ਗਈ ਹੈ। ਸਾਡੇ ਦੇਸ਼ ਦੇ ਉੱਤੇ ਗਲੋਬਲ ਫੰਡਿੰਗ ਏਜੰਸੀਜ਼ ਦਾ ਕਬਜ਼ਾ, ਇੱਕ ਪਾਸੇ ਸਾਡੇ ਲੋਕਲ ਆਪਣੇ ਇੰਡੀਅਨ ਕਾਰਪੋਰੇਟਾਂ ਦਾ ਕਬਜ਼ਾ। ਜੋ ਫੈਸਲਾ ਕਰਦੇ ਆ ਉਹ ਮੋਦੀ ਜੀ ਥੱਲੇ ਤੋਰ ਦਿੰਦੇ ਆ ਤੇ ਉਹ ਸੂਬਿਆਂ 'ਚ ਹੋ ਰਿਹਾ। ਤੁਸੀਂ ਭੁੱਲ ਜਾਓ, ਇੱਥੇ ਤੇ ਵੱਡਾ ਜਿਹੜਾ ਗਰਾਊਂਡ ਸਵੈਲ ਹੋ ਰਿਹਾ ਨਾ, ਇਹ ਸਾਰੇ ਦੇਸ਼ 'ਚ ਹੋਊਗਾ ਤਾਂ ਸੂਤਰ ਹੋਊਗਾ। ਡਾਕਟਰ ਗਰਗ ਇੱਕ ਤਾਂ ਸਾਨੂੰ ਕਾਜ਼ ਲੱਭਣੇ ਪੈਣੇ ਆ ਕਿ ਕਾਜ਼ ਕੀ ਹੈਗੇ ਆ। ਇੱਕ ਸਾਨੂੰ ਉਸ ਤੇ ਵੀ ਕੰਮ ਕਰਨਾ ਪਊਗਾ, ਸਕਿੱਲ ਡਿਵੈਲਪਮੈਂਟ ਦੇ ਮੁੱਦੇ ਦੇ ਉੱਤੇ। ਅਸੀਂ ਤਾਂ ਬਹੁਤ ਪ੍ਰਚਾਰ ਕੀਤਾ ਸਕਿੱਲ ਡਿਵੈਲਪਮੈਂਟ ਦੇ ਮੁੱਦੇ ਤੇ, ਸਕਿੱਲ ਡਿਵੈਲਪਮੈਂਟ ਹੋ ਨਹੀਂ ਪਾ ਰਹੀ ਡਾਕਟਰ ਗਰਗ, ਜਾਂ ਸਾਡੇ ਕੋਲੇ ਉਹੋ ਜੀ ਕਰੀਮ ਨਹੀਂ ਹੈਗੀ ਜਿਹੜੀ ਸਕਿੱਲ ਡਿਵੈਲਪਮੈਂਟ ਵਾਲੇ ਪਾਸੇ ਜਾ ਸਕੇ? ਡਾਕਟਰ ਗਰਗ, ਮੈਂ ਦੋ ਤਿੰਨ ਗੱਲਾਂ ਛੋਟੀਆਂ ਪਹਿਲਾਂ ਕਹਾਂਗਾ। ਇੱਕ ਤਾਂ ਇਹ ਹੈ, ਗੁਰੂ ਸਾਹਿਬ ਨੇ ਕਿਹਾ ਵੈਦ ਬੋਲ ਆਇਆ ਵੈਦਗੀ ਪਕੜ ਢੰਡੋਡੇ ਬਾਂਹ, ਭੋੜਾ ਵੈਦ ਨ ਜਾਣੀ ਕਰਕ ਕਲੇਜੇ ਮਾਂ। ਇਹਨਾਂ ਨੂੰ ਇਹੀ ਨਹੀਂ ਪਤਾ ਸਾਡੀ ਬਿਮਾਰੀ ਕੀ ਹੈ। ਅਸੀਂ ਇੰਪਲਾਇਮੈਂਟ ਦੇਣੀ ਹੈ ਨਾ, ਅਸੀਂ ਆਪਦੀ ਐਨਵਾਇਰਨਮੈਂਟ ਠੀਕ ਰੱਖਣੀ ਹੈ ਨਾ, ਅਸੀਂ ਲੋਕਾਂ ਨੂੰ ਆਪਦਾ ਉਤਪਾਦਨ ਵਧਾਉਣਾ ਹੈ ਨਾ। ਉਹ ਕਿੱਥੇ ਵੱਧਦਾ ਇਹ ਤਾਂ ਦੇਖੋ। ਬਿਮਾਰੀ ਬੰਦੇ ਨੂੰ ਮਲੇਰੀਏ ਦੀ ਹੈ, ਦਵਾਈ ਤੁਸੀਂ TB ਦੀ ਦੇਈ ਜਾਂਦੇ ਹੋ ਕਿਉਂਕਿ ਉਹ TB ਦਾ ਜ਼ਿਆਦਾ ਰੌਲਾ ਪਿਆ ਹੋਇਆ, ਜਾਂ ਕੈਂਸਰ ਦੀ ਦਵਾਈ ਦੇਈ ਜਾਂਦੇ, ਉਹਨੇ ਕਿੱਥੋਂ ਠੀਕ ਹੋਣਾ? ਪੈਸੇ ਜ਼ਿਆਦਾ ਲੱਗੀ ਜਾਂਦੇ ਨੇ। ਸਾਨੂੰ ਦੇਖਣਾ ਪਏਗਾ। ਤੁਸੀਂ ਦੱਸੋ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਮਾਰਕ ਹੈਫਡ ਹਰਿਆਣੇ ਦੀ, ਇੱਥੇ ਦਾ ਵੇਰਕਾ, ਉੱਥੇ ਦਾ ਵੀਟਾ, ਗੁਜਰਾਤ ਦਾ ਅਮੁਲ, ਇਹ ਕੋਆਪਰੇਟਿਵ ਸੈਕਟਰ 'ਚ ਨੇ। ਕਰੋਨਾ ਦੇ ਦੌਰਾਨ ਇਹਨਾਂ ਨੇ ਨਾ ਤਾਂ ਗਾਹਕ ਨੂੰ ਰੇਟ ਵਧਾਇਆ ਦੁੱਧ ਦਾ, ਤੇ ਨਾ ਦੁੱਧ ਉਤਪਾਦਕ ਦਾ ਰੇਟ ਘਟਾਇਆ। ਉਹੀ 28 ਰੁਪਏ ਕਿਲੋ ਲੀਟਰ ਲੈਂਦੇ ਰਹੇ। ਮਹਾਰਾਸ਼ਟਰ ਦੇ ਵਿੱਚ ਇਹੀ ਪ੍ਰਾਈਵੇਟ ਸੀ, ਉਹਨੇ ਗਾਹਕ ਨੂੰ 49 ਰੁਪਏ ਲੀਟਰ ਵੇਚਦਾ ਰਿਹਾ, ਤੇ ਇਹਨਾਂ ਦਾ 28 ਤੋਂ 29 ਤੋਂ ਘਟਾ ਕੇ 57 ਰੁਪਏ ਖਰੀਦਦਾ ਰਿਹਾ। ਇਹ ਹੈ ਫਰਕ। ਇੱਕ ਦੂਜਾ ਮੈਂ ਕਹੂੰਗਾ, ਜਿਹੜੀ ਪਰਿਆਵਰਨ ਦੀ ਵੀ ਗੱਲ ਕਰਦੇ ਹਾਂ ਅਸੀਂ, ਪਰਿਆਵਰਨ ਦੀ ਗੱਲ ਦੇ ਵਿੱਚ ਅਸੀਂ ਕਦੇ ਇੰਡਸਟਰੀ ਨੂੰ ਦੋਸ਼ ਦਿੰਦੇ ਹਾਂ। ਜਿਹੜਾ ਸ਼ਹਿਰਾਂ ਦਾ ਗੰਦ, ਕਿਉਂਕਿ ਅਸੀਂ ਸਾਰੇ ਪੜ੍ਹੇ ਲਿਖਿਆ, ਅਸੀਂ ਸ਼ਹਿਰਾਂ 'ਚ ਰਹਿੰਦੇ ਹਾਂ, ਜਿਹੜਾ ਸ਼ਹਿਰਾਂ ਦਾ ਗੰਦ ਨਿਕਲਦਾ, ਲੁਧਿਆਣੇ 'ਚ ਮੈਂ ਜਾ ਕੇ ਦੇਖ ਕੇ ਆਇਆ। ਜਿਹੜਾ ਸੀਵੇਜ ਟ੍ਰੀਟਮੈਂਟ ਪਲਾਂਟ ਹੈ ਤਾਜਪੁਰ ਰੋਡ ਤੇ ਲੱਗਿਆ ਹੋਇਆ ਹੈ, ਉਹ ਖਾਲੀ ਵਿਹੜਾ ਹੀ ਚੱਲਦਾ ਹੈ, ਬਿਨਾਂ ਉਸਦੇ ਚੱਲਦਾ ਨਹੀਂ। ਉਹਦੇ ਵਿੱਚੋਂ ਪਾਣੀ ਲੰਘਾਇਆ ਜਾਂਦਾ ਹੈ, ਕਾਲਾ ਮਤਰਾਲ ਵਰਗਾ ਪਾਣੀ ਸਤਲੁਜ 'ਚ ਪਾਇਆ ਜਾਂਦਾ। ਜਿੱਥੇ ਪੈਂਦਾ ਉੱਥੇ ਜਾ ਕੇ ਦੇਖ ਕੇ ਆਇਆ, ਜਿਹਦੇ ਨਾਲੇ ਵਿੱਚ ਹੀ ਪੈਂਦਾ ਉਹਦੇ ਉੱਤੋਂ ਦੀ ਘੁੰਮ ਕੇ ਆਇਆ ਅਸੀਂ ਦੇਖ ਕੇ। ਸੋ ਜਿਹੜਾ ਸ਼ਹਿਰਾਂ ਦਾ ਗੰਦ ਹੈ, ਇਹਦੇ ਉੱਤੇ ਸਾਡੀ ਕੋਈ ਚਿੰਤਾ ਨਹੀਂ ਹੈ। ਅਸੀਂ ਕੱਲੀ ਇੰਡਸਟਰੀ ਨੂੰ ਕਹਿ ਰਹੇ ਹਾਂ। ਇੱਥੇ ਡੱਡੂ ਮਾਜਰਾ, ਭਗਤਾਂ ਵਾਲਾ ਡੰਪ, ਡੁਗਰੀ ਡੰਪ, ਪਿੱਪਲਾਂ ਵਾਲਾ ਡੰਪ, ਇਹਨਾਂ ਨੂੰ ਤੁਸੀਂ ਜਾ ਕੇ ਦੇਖੋ ਤਾਂ ਸਹੀ। ਹਰਿਆਣਾ ਡੰਪ, ਇਹ ਡੰਪ ਐਡੇ ਐਡੇ ਨੇ। ਇਹ ਮੈਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਹੁਸ਼ਿਆਰਪੁਰ ਤੇ ਚੰਡੀਗੜ੍ਹ ਦੇ ਦੱਸੇ ਨੇ। ਅਜੇ ਬਾਕੀ ਸ਼ਹਿਰਾਂ ਦੇ ਨਹੀਂ ਦੱਸੇ। ਉੱਥੇ ਰਹਿਣਾ, ਉੱਥੋਂ ਦੀ ਲੰਘਣਾ ਮੁਸ਼ਕਿਲ ਆ। ਪ੍ਰੋਫੈਸਰ ਲੰਘਦੇ ਹੁੰਦੇ ਨੇ ਉੱਧਰ ਦੀ, ਕਿਉਂਕਿ ਇਹਨਾਂ ਨੂੰ ਗੱਡੀ ਉੱਧਰ ਦੀ ਲਿਜਾਉਣ ਦਾ ਸ਼ੌਕ ਹੈ। ਜੇ ਅਸੀਂ ਕੁਰਾਲੀ ਵੱਲ ਨੂੰ ਜਾਈਏ, ਇਹਨਾਂ ਨੂੰ ਪੁੱਛੋ ਵੀ ਕਿੰਨਾ ਉੱਥੇ ਹੈਗਾ। ਉੱਥੇ ਲੋਕਾਂ ਦਾ ਰਹਿਣਾ ਮੁਸ਼ਕਿਲ ਹੋਇਆ ਪਿਆ। ਇਹ ਕਿਹਨੇ ਕਰਿਆ? ਸੋ ਸਾਡੀ ਜਿਹੜੀ ਯੋਜਨਾ ਬੰਦੀ ਹੈ, ਅਸੀਂ ਮਹਾਨਗਰ ਵਿਛਾ ਕੇ ਬੰਗਲੌਰ ਦੇ ਵਿੱਚ ਇੱਕ ਮੈਂ ਕਾਨਫਰੰਸ ਅਟੈਂਡ ਕਰੀ। ਉੱਥੇ ਸਾਇੰਟਿਸਟ ਨੇ ਦੱਸਿਆ ਵੀ ਕਿਵੇਂ ਇਸੇ ਪਾਣੀ ਨੂੰ, ਇਸੇ ਸੀਵੇਜ ਨੂੰ ਅਸੀਂ ਕਿਵੇਂ ਊਰਜਾ ਪੈਦਾ ਕਰ ਸਕਦੇ, ਕਿਵੇਂ ਕਲੀਨ ਬਣਾ ਸਕਦੇ ਹਾਂ। ਪਰ ਨਹੀਂ ਬਣਾਉਣ ਨੂੰ ਤਿਆਰ ਸੀ। ਇਹੀ ਜਿਹੜਾ ਹੈਗਾ, ਅਸੀਂ ਕਲੀਨ ਦੀ ਗੱਲ, ਜੇ ਅਸੀਂ ਇਹ ਕਹੀਏ ਵੀ ਕੋਈ ਨਹੀਂ ਤੁਸੀਂ ਸੁੱਥਣ ਸਰਾ ਲਓ ਕਿ ਟੱਟੇ ਪਿਸ਼ਾਬ ਦਾ ਰਸਤਾ ਬਾਅਦ 'ਚ ਦੇਖਾਂਗੇ, ਮੈਨੂੰ ਨਹੀਂ ਲੱਗਦਾ ਉਹੀ ਜੀ ਸੁੱਥਣ ਸਰਾਉਣ ਦਾ ਕੋਈ ਫਾਇਦਾ ਹੈ। ਚਲੋ ਮੈਂ ਪਹਿਲਾਂ ਹਿਸਾਬ ਰੱਖਣਾ ਪਊਗਾ। ਠੀਕ ਹੈ। ਨਹੀਂ ਤਾਂ ਤੁਸੀਂ ਬੰਨ ਬੈ ਕੇ ਮਰ ਜਾਓਗੇ। ਇਸ ਕਰਕੇ ਤੁਹਾਨੂੰ ਸਾਰਾ ਕੁਝ ਰੱਖਣਾ ਪਏਗਾ। ਪਰ ਇੱਥੇ ਨੁਕਸ ਕੀ ਹੈ? ਨੁਕਸ ਇੱਥੇ ਇਹ ਹੈ ਵੀ ਜਿੱਥੇ ਰੁਜ਼ਗਾਰ ਮਿਲ ਸਕਦਾ ਹੈ, ਜਿੱਥੇ ਰੁਜ਼ਗਾਰ ਦੀ ਲੋੜ ਹੈ, ਜਿਹੜਾ ਰੁਜ਼ਗਾਰ ਇੱਕ ਕੰਮ ਨਾ ਕਰੇ, ਉਹਦੇ ਇਹਨੂੰ ਅਸੀਂ ਕਹਿੰਦੇ ਸਪਿਨ ਆਫ, ਯਾਨੀ ਕਿ ਉਹਦੇ ਕਈ ਆਯਾਮ ਹੋਣ, ਉਹ ਰੁਜ਼ਗਾਰ ਦੇ ਨਹੀਂ ਰਹੇ। ਪੰਜਾਬ ਦੇ ਵਿੱਚ ਵਾਈਟ ਕਾਲਰ ਜੌਬ ਵੀ, ਅਨਸਕਿਲਡ ਜੌਬ ਵੀ, ਇੰਨਾ ਜਿਹਦਾ ਹਿਸਾਬ ਹੀ ਕੋਈ ਨਹੀਂ।
ਚਲੋ ਮੈਂ ਬ੍ਰੇਕ ਲੈ ਲਵਾਂ ਡਾਕਟਰ ਗਰਗ, ਮੈਂ ਵਾਪਸ ਆਇਆ ਤੁਹਾਡੇ ਕੋਲ। ਹਾਂ, ਇੱਕ ਛੋਟਾ ਬ੍ਰੇਕ ਲੈਂਦੇ ਹਾਂ। ਪਲਾਨਿੰਗ ਤੋਂ ਪਾਲਿਸੀ ਤੱਕ ਬਹੁਤ ਸਾਰੀਆਂ ਜ਼ਰੂਰਤਾਂ ਹੈਗੀਆਂ। ਡਾਕਟਰ ਗਰਗ ਦੱਸ ਰਿਹਾ ਕਿ ਕਿਹੜੇ ਸਾਡੇ ਕੋਲ ਸਰੋਤ ਹੈਗੇ ਆ। ਹੁਣ ਅਸੀਂ ਹੱਲ ਵੱਲ ਜਾਵਾਂਗੇ, ਵਾਪਸ ਆ ਰਹੇ ਹਾਂ। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਗਰਗ, ਬਹੁਤ ਸੰਖੇਪ ਵਿੱਚ ਮੈਨੂੰ ਤੁਹਾਡੇ ਤੋਂ ਇਹ ਜਵਾਬ ਚਾਹੀਦਾ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਸਾਡੇ ਕੋਲੇ ਵਸੀਲੇ ਬਹੁਤ ਹੈਗੇ ਆ, ਸਰੋਤ ਬਹੁਤ ਹੈਗੇ ਆ। ਡਾਕਟਰ ਗਰਗ, ਹਾਂ ਦੇਖੋ, ਇੱਕ ਗੱਲ ਇਹ ਹੈ, ਜੇ ਤੁਸੀਂ ਪੜ੍ਹੇ ਲਿਖੇ ਸੈਮੀ ਲਿਟਰੇਟ ਨੂੰ ਰੁਜ਼ਗਾਰ ਦੇਣਾ ਹੈ, ਕਹਿੰਦੇ ਅਸੀਂ ਮੁਹੱਲਾ ਕਲੀਨਿਕ ਖੋਲ੍ਹਣੇ ਨੇ। ਹੈਲਥ ਦੇ ਵਿੱਚ ਤੁਸੀਂ ਮੁਹੱਲੇ ਦਾ ਮਤਲਬ ਸਾਰੇ ਜਾਣਦੇ ਨੇ, ਕੋਈ ਦੱਸਣ ਦੀ ਲੋੜ ਨਹੀਂ। ਉਹ ਸਟੈਂਡਰਡ ਟਰਮੀਨੋਲੋਜੀ, ਔਰ ਮਨਜੀਤ ਸਿੰਘ ਜ਼ਿਆਦਾ ਜਾਣਦੇ ਨੇ ਵੀ ਸਟੈਂਡਰਡ ਟਰਮੀਨੋਲੋਜੀ ਆਪੇ ਨਹੀਂ ਬਦਲੀ ਦੀ ਹੁੰਦੀ। ਤੁਸੀਂ ਉਹੀ ਸ਼ਹਿਰ ਨੂੰ ਪਿੰਡ ਕਹਿਣ ਲੱਗ ਜਾਓ ਤੇ ਲੋਕਾਂ ਨੂੰ ਹੈਰਾਨਗੀ ਹੋਣ ਲੱਗ ਜਾਏਗੀ। ਸੋ ਮੁਹੱਲਾ ਕਲੀਨਿਕ 60,000 ਚਾਹੀਦਾ ਸੀ। ਉਹ ਆਸ਼ਾ ਉੱਥੇ ਕੰਮ ਕਰ ਸਕਦੀ ਹੈ, ਉਹ ਦਸਤੀ ਇੱਕ ਪਾਸਾ ਹੈ। ਉਹ 20,000 ਰੁਪਏ ਲੱਗੀ ਹੋਈ ਹੈ। ਜਾਣਾ ਸੀ ਕਿ ਜੇ ਸੱਟ ਲੱਗੀ, ਕਿਨੂੰ ਬੁਖਾਰ ਹੋ ਗਿਆ, ਖੰਘ ਹੋ ਗਈ, ਟੱਟੀਆਂ ਉਲਟੀਆਂ ਲੱਗ ਗਈਆਂ, ਉਹਨੂੰ 50 ਘੰਟੇ ਲਓ ਯਾਰ। ਹੁਣ ਦੂਜਾ ਪਾਸਾ 32 ਲੱਖ ਬੰਦਾ ਇੰਟਾਈਟਲਡ ਹੈ ਮਨਰੇਗਾ ਕਾਰਡ ਬਣਾਉਣ ਦਾ ਪੰਜਾਬ 'ਚ। 32 ਲੱਖ। ਪਹਿਲਾਂ 20,70,000 ਸੀ, ਇਹਨਾਂ ਨੇ 21.5 ਲੱਖ ਕਰਿਆ। ਉਹ ਕਾਰਡ ਬਣਾ ਦਿੰਦੇ, 100 ਦਿਨ ਦਾ ਰੁਜ਼ਗਾਰ ਮਿਲਣਾ। ਉਹਦੇ 'ਚ 40,000 ਰੁਪਇਆ ਇੱਕ ਘਰ 'ਚ ਆਉਣਾ। ਉਹ 40,000 ਰੁਪਇਆ ਸਾਲ ਦਾ ਜਿਹੜਾ ਆਏਗਾ, ਉਹਦੇ 'ਚੋਂ ਜਿਹੜਾ GST, ਕਿਉਂਕਿ ਉਹਨੇ ਸਾਰਾ ਖਰਚਣਾ 40% ਵਿੱਚ ਕੇਅਰ ਕਾਸਟ ਵੀ ਹੈ, ਉਹਦੇ ਵਿੱਚੋਂ 2,000 ਕਰੋੜ 12,000 ਕਰੋੜ ਰੁਪਇਆ ਪੰਜਾਬ 'ਚ ਆਉਣਾ ਸੀ। 2,000 ਕਰੋੜ ਕਦਾ ਟੈਕਸ ਮਨੀ ਇਕੱਠਾ ਹੋਣਾ ਸੀ GST ਦੇ ਰੂਪ 'ਚ ਸਰਕਾਰ ਨੂੰ। ਪੈਸਾ ਕੋਈ ਕੋਲੋਂ ਲੱਗਣਾ ਨਹੀਂ ਸੀ। ਉਹਦੇ ਵਿੱਚ 1 ਲੱਖ ਬੰਦੇ ਨੂੰ ਵਾਈਟ ਕਾਲਰ ਜੇਈ, ਡਾਟਾ ਐਂਟਰੀ ਆਪਰੇਟਰ, ਗ੍ਰਾਮ ਜਿਹੜੇ ਰੁਜ਼ਗਾਰ ਸੇਵਕ, ਉਹਨਾਂ ਨੂੰ ਮਿਲਣਾ ਸੀ। ਪੜ੍ਹੇ ਲਿਖਿਆਂ ਨੂੰ ਮਿਲਣਾ ਸੀ। ਉਹ ਵੀ ਉਸੇ ਚੋਂ ਪੈਸਾ ਆਉਣਾ ਸੀ। ਅਗਲੀ ਗੱਲ, ਉਹਨਾਂ ਨੇ ਲਾਉਣੀ ਸੀ, ਪਲਾਂਟੇਸ਼ਨ ਕਰਨੀ ਸੀ, ਚਾਰ ਦੀਵਾਰੀਆਂ ਬਣਾਉਣੀਆਂ ਸੀ, ਸ਼ੌਚਾਲੇ ਬਣਾਉਣੇ ਸੀ, ਝਿੜੀਆਂ ਠੀਕ ਕਰਨੀਆਂ ਸੀ, ਟੋਭੇ ਠੀਕ ਕਰਨੇ ਸੀ, ਪੁੜੀਆਂ ਬਣਾਉਣੀਆਂ ਸੀ, ਰਸਤੇ ਠੀਕ ਕਰਨੇ ਸੀ। ਇਹ ਸਾਰਾ ਕੁਝ ਕਰਨ ਵਾਸਤੇ ਪਿੰਡ ਦੇ ਮਿਸਤਰੀ ਲੱਗਣੇ ਸੀ। ਪਿੰਡ 'ਚ ਸਾਰਾ ਵਿਕਾਸ ਹੋਣਾ ਸੀ। ਤੇ ਜਦੋਂ ਦਰਖਤ ਲੱਗਦੇ, ਪਾਣੀ ਦੀ ਸੰਭਾਲ ਹੁੰਦੀ, ਲੋਕਾਂ ਨੂੰ ਫਲ ਮਿਲਦੇ, ਲੱਕੜੀ ਹੁੰਦੀ। ਉਹ ਚਾਹੇ ਖੋਸਰ ਸਾਹਿਬ ਬੈਠੇ ਨੇ, ਕਹਿੰਦੇ ਕੈਪੀਟਲ ਪੈਦਾ ਹੋਣੀ ਚਾਹੀਦੀ ਹੈ। ਉਹਦੇ 'ਚੋਂ ਕੈਪੀਟਲ ਪੈਦਾ ਹੋਣੀ ਸੀ। ਪੇੜ ਨੇ ਕੈਪੀਟਲ ਦੇਣੀ ਸੀ। ਸੋ ਇਸੇ ਤਰ੍ਹਾਂ ਹੀ ਛੋਟੀ ਛੋਟੀ ਗੱਲ ਹੈ ਜਿਹੜੀ ਇਹ ਕਰਦੇ ਨੇ। ਇਹ ਰੋਜ਼ ਮਾਸਟਰਾਂ ਨੂੰ ਲਾ ਦਿੰਦੇ ਨੇ ਡਿਊਟੀ ਤੇ ਵੀ ਜਾਓ ਸੈਂਸਸ ਕਰੋ ਫਲਾਣਾ। 500 ਬੰਦੇ ਪਿੱਛੇ ਇੱਕ ਕਿਉਂ ਨਹੀਂ ਰੱਖ ਲੈਂਦੇ ਬੰਦਾ ਵੀ ਭਾਈ ਤੂੰ ਆਪਦਾ ਕੰਪਿਊਟਰ ਲੈ ਲੈ, ਤੈਨੂੰ 2-3 ਹਜ਼ਾਰ ਰੁਪਏ ਮਹੀਨਾ ਦੇ ਦਿਆ ਕਰਾਂਗੇ, ਤੂੰ ਸਾਰਾ ਡਾਟਾ ਇਕੱਠਾ ਕਰ ਪਹਿਲਾਂ ਸਾਰੇ ਪਿੰਡ ਦਾ, ਚਾਹੇ ਜਨਮ ਮਰਨ ਦਾ ਹੈ, ਚਾਹੇ ਤੁਸੀਂ ਵੋਟ ਬਣਾਉਣੀਆਂ, ਚਾਹੇ ਵੋਟਾਂ ਪਵਾਉਣੀਆਂ ਨੇ। ਉਹ ਸੌਖਾ ਕੰਮ ਹੋ ਸਕਦਾ, ਉਹ ਨਹੀਂ ਕਰ ਰਹੇ। ਹੁਣ ਮੈਂ ਜਿਹੜੀ ਅਗਲੀ ਇੱਕ ਗੱਲ ਕਹਾਂਗਾ, ਜੇ ਤੁਸੀਂ ਜਿੱਥੇ ਨਖਲਸਤਾਨ ਹੈ ਉੱਥੇ ਸਾਰਾ ਪਾਣੀ ਪਾਈ ਜਾਓ, ਬਾਕੀ ਸਾਰਾ ਰੇਗਿਸਤਾਨ ਰਹੇਗਾ। ਇੱਕ ਛੋਟੀ ਜਿਹੀ ਲਾਈਨ ਕਹਿ ਕੇ ਫਿਰ ਆਪਦੀ ਗੱਲ ਕਰਾਂਗਾ। ਇੱਕ ਵਾਰੀ ਕਿਸੇ ਨੇ ਪੁੱਛਿਆ, ਕਹਿੰਦਾ ਉਹ ਦੇਖੋ ਜੀ, ਆਹ ਛੋਟੇ ਜਿਹੇ ਰੱਬ ਦੇ ਰੰਗ, ਆਹ ਛੋਟੇ ਜਿਹੇ ਆਮ ਬਨਾਰ, ਇੱਧਰ ਝਾੜ ਬੂਟ ਬੜੇ। ਉਹ ਕਹਿੰਦਾ ਇਹ ਰੱਬ ਦੇ ਰੰਗ ਨਹੀਂ ਹੈਗੇ, ਇਹਨਾਂ ਦਾ ਪਾਣੀ ਨਿਕਲ ਇਹਨਾਂ 'ਚ ਪਈ ਜਾਂਦਾ। ਹੁਣ ਜੇ ਤੁਸੀਂ ਮੁੱਠੀ ਭਰ ਨੂੰ 55,000 ਕਰੋੜ ਰੁਪਇਆ ਜਿਹੜਾ ਟੈਕਸ ਮਨੀ ਤੁਹਾਡੇ ਕੋਲ ਇਕੱਠਾ ਹੁੰਦਾ ਹੈ, ਉਹ ਤੁਸੀਂ ਮੁੱਠੀ ਭਰ 4 ਲੱਖ ਪਰਿਵਾਰਾਂ ਨੂੰ ਦੇ ਰਹੇ ਹੋ, 6 ਲੱਖ ਪੈਨਸ਼ਨਰ ਤੇ ਉਸ ਨੂੰ ਦੇ ਰਹੇ ਹੋ। ਤੁਸੀਂ ਕਿਹੜਾ ਨਿਆਂ ਕਰ ਰਹੇ ਹੋ? ਇਹ ਦੋ ਬੈਠੇ ਨੇ ਮਹਾਨ, ਇਹ ਕਹਿਣ ਲੋਕਾਂ ਨੂੰ ਪਬਲਿਕਲੀ। ਮੇਰੀ ਪੈਨਸ਼ਨ 1 ਲੱਖ ਸੀਗੀ ਪਿਛਲੇ ਸਤੰਬਰ 'ਚ, ਚੰਨੀ ਆਇਆ 1,08,000 ਹੋ ਗਈ। ਹੁਣ ਇਹ ਆਏ ਨੇ 1,42,000 ਹੋ ਗਈ। ਕਿਉਂ? ਕਿਸੇ ਬੁੜੇ ਆਦਮੀ ਨੂੰ, ਕਿਸੇ ਰਿਟਾਇਰੀ ਨੂੰ 42,000 ਰੁਪਇਆ, ਜਿਹੜਾ ਨੌਕਰੀ 'ਚ ਉਹਦਾ 1 ਲੱਖ ਰੁਪਇਆ ਮਹੀਨਾ, ਜਿਹਨੂੰ 2 ਲੱਖ ਪਹਿਲਾਂ ਹੀ ਮਿਲਦਾ ਸੀ 2.5 ਲੱਖ, ਉਹਨੂੰ 1 ਲੱਖ ਹੋਰ ਵਧਾਤਾ। ਤੁਸੀਂ ਨਵੇਂ ਬੱਚਿਆਂ ਦੀ, ਜਿਹੜੇ ਨਵੇਂ ਪੇੜ ਵੀ ਆਪਦੇ ਪੱਤੇ ਛੱਡ ਦਿੰਦੇ ਨੇ, ਨਵਿਆਂ ਦਾ ਰੁਜ਼ਗਾਰ ਉਹਨਾਂ ਨੂੰ ਤੁਸੀਂ 20, 25, 30,000 ਤੇ ਉਹਨਾਂ ਨੂੰ ਯਾਰ ਲਾਓ। ਪੈਸੇ ਤਾਂ ਤੁਹਾਡੇ ਕੋਲ ਹੈਗੇ ਨੇ, ਪੈਸੇ ਤੁਸੀਂ ਡਾਕਟਰ ਗਰਗ ਤੁਸੀਂ ਬਹੁਤ ਮਹੱਤਵਪੂਰਨ ਗੱਲ ਕਹੀ ਹੈ, ਤੁਹਾਨੂੰ ਸਲੂਟ ਕਰਦਾ ਮੈਂ। ਬਹੁਤ ਘੱਟ ਲੋਕ ਆ ਜਿਹੜੇ ਇਮਾਨਦਾਰੀ ਨਾਲ ਇਹ ਗੱਲ ਕਹਿ ਸਕਣ ਕਿ ਸਾਨੂੰ ਇੰਨੇ ਪੈਸੇ ਦੀ ਲੋੜ ਨਹੀਂ ਹੈਗੀ। ਡਾਕਟਰ ਖੋਸਲਾ, ਡਾਕਟਰ ਗਰਗ ਨੇ 2 ਮਹੱਤਵਪੂਰਨ ਪੁਆਇੰਟ ਚੁੱਕਿਆ। 1 ਮਿੰਟ ਵਿੱਚ ਤੁਸੀਂ ਕੋਸ਼ਿਸ਼ ਕਰਿਓ ਜਵਾਬ ਦੇਣ ਦੀ। ਇੱਕ ਤਾਂ ਉਹਨਾਂ ਨੇ ਕਿਹਾ ਜਿਹੜਾ ਭੱਤੇ ਵਧਾਏ ਜਾ ਰਹੇ ਆ ਜਿਹੜੇ ਰਿਟਾਇਰੀ ਪਰਸਨ ਹੈ, ਇਹਦਾ ਮਤਲਬ ਸਰਕਾਰ ਕੋਲੇ ਪੈਸਾ ਹੈਗਾ। ਦੂਜਾ ਪੁਆਇੰਟ ਉਹਨਾਂ ਨੇ ਚੁੱਕਿਆ ਕਿ ਪੰਜਾਬ ਕੋਲੇ ਵਸੀਲੇ ਬਹੁਤ ਹੈਗੇ ਆ, ਤੇ ਪਰ ਰੁਜ਼ਗਾਰ ਦੇਣਾ ਕਿਵੇਂ ਹੈ ਉਹ ਨੀਤੀ ਨਹੀਂ ਹੈਗੀ। ਡਾਕਟਰ ਖੋਸਲਾ, ਡਾਕਟਰ ਗਰਗ ਦੇ ਪ੍ਰਭਾਵ ਹੇਠ ਆ ਕੇ ਤੁਸੀਂ ਹਾਂ 'ਚ ਹਾਂ ਨਾ ਮਿਲਾਈਓ, ਕਿਰਪਾ ਕਰਕੇ ਆਪਦਾ ਵਿਊ ਪੁਆਇੰਟ ਦਿਓ। ਮੈਂ ਤਾਂ ਪਹਿਲਾਂ ਹੀ ਡਾਕਟਰ ਗਰਗ ਨੇ ਜਿਹੜੀ ਗੱਲ ਕਹੀ ਉਸ ਤੋਂ ਪਹਿਲਾਂ ਮੈਂ ਇਹ ਗੱਲ ਕਹਿ ਚੁੱਕਾ ਵੀ ਸਰਕਾਰ ਨੂੰ ਪਹਿਲਾਂ ਪਲੈਨਿੰਗ ਕਰਕੇ ਫਿਰ ਨਿਵੇਸ਼ ਆਪ ਕਰਨਾ ਚਾਹੀਦਾ ਹੈ। ਜਦੋਂ ਸਰਕਾਰ ਆਪ ਨਿਵੇਸ਼ ਕਰੇਗੀ
ਉਸ ਤੋਂ ਬਾਅਦ ਇੱਕ ਇਕੋਸਿਸਟਮ ਕ੍ਰੀਏਟ ਹੁੰਦਾ, ਫਿਰ ਪ੍ਰਾਈਵੇਟ ਵਾਲੇ ਤੋਂ ਨਿਵੇਸ਼ ਆਏਗਾ। ਜਦ ਤੱਕ ਸਰਕਾਰ ਦੀ ਪਲੈਨਿੰਗ ਹੈ ਨਹੀਂ, ਤੁਸੀਂ ਐਵੇਂ ਦੇਖੋ ਨਾ ਕੇਪੀ ਜੀ, 1991 ਤੋਂ ਲੈ ਕੇ ਹੁਣ ਤੱਕ ਜੇ ਅਸੀਂ ਦੇਖਦੇ ਹਾਂ 2023 ਦੇ ਵਿੱਚ ਕਦੇ ਅਸੀਂ ਜਿਹੜਾ ਸਨਅਤੀ ਖੇਤਰ ਹੈ ਇਹਨੂੰ ਤਵੱਜੋ ਦਿੱਤੀ ਹੀ ਨਹੀਂ ਹੈ। ਹੁਣ ਮੇਕ ਇਨ ਇੰਡੀਆ 2014 ਦੇ ਵਿੱਚ ਆ ਕੇ ਅਸੀਂ ਕਹਿੰਦੇ ਵੀ ਮੇਕ ਇਨ ਇੰਡੀਆ ਦੀ ਗੱਲ ਕਰ ਲਈਏ। ਡਾਕਟਰ ਖੋਸਲਾ ਕੱਲੀ ਇੰਡਸਟਰੀ ਹੀ ਕਿਉਂ, ਜੇ ਸਾਡੇ ਕੋਲ ਹੋਰ ਵਸੀਲੇ ਹੈਗੇ, ਮਨਰੇਗਾ ਦਾ ਜ਼ਿਕਰ ਕਰਦੇ ਪਿਆ, ਹੋਰ ਕਹਿੰਦੇ ਜਿਹੜਾ ਡਾਟਾ ਕਲੈਕਟ ਕਰਨਾ ਉਹਦਾ ਜ਼ਿਕਰ ਕਰਦੇ ਪਏ, ਉਹਦੇ ਬਾਰੇ ਅਸੀਂ ਚਿੰਤਾ ਕਿਉਂ ਨਹੀਂ ਕਰਦੇਗੇ? ਅਸੀਂ ਵੱਡਾ ਕਿਉਂ ਸੋਚਦੇ ਹਾਂ? ਕੇਪੀ ਜੀ, ਮੈਨੂੰ ਲੱਗਦਾ ਵੀ ਮੈਂ ਆਪਣੀ ਗੱਲ ਨਾ ਪੂਰੇ ਤਰੀਕੇ ਨਾਲ ਇਹ ਕਹਿ ਨਹੀਂ ਸਕਿਆ। ਜਿਹੜੀ ਜਦੋਂ ਮੈਂ ਸਨਅਤੀ ਖੇਤਰ ਦੀ ਗੱਲ ਕਰ ਰਿਹਾ ਤਾਂ ਮਤਲਬ ਇਹ ਨਹੀਂ ਵੀ ਕਾਰਪੋਰੇਟਸ ਦੀ ਅਸੀਂ ਗੱਲ ਕਰ ਰਹੇ ਹਾਂ, ਅਸੀਂ ਛੋਟੀ ਇੰਡਸਟਰੀ ਦੀ ਵੀ ਗੱਲ ਕਰ ਰਹੇ ਹਾਂ। ਜਿਹੜੀ ਛੋਟੀ ਜਿਹੜੀ ਸਮਾਲ ਸਕੇਲ ਇੰਡਸਟਰੀ ਜਿਹਦੇ ਬਾਰੇ ਗਰਗ ਸਾਹਿਬ ਨੇ ਜ਼ਿਕਰ ਕੀਤਾ ਸੀ, ਸਿਰਫ ਅਸੀਂ ਕਾਰਪੋਰੇਟਾਂ ਦੀ ਗੱਲ ਨਹੀਂ ਕਰ ਰਹੇ, ਅਸੀਂ ਛੋਟੀ ਇੰਡਸਟਰੀ ਦੀ ਗੱਲ ਕਰ ਰਹੇ ਹਾਂ। ਉਹਦੀ ਪਲੈਨਿੰਗ ਕਰਕੇ ਪਹਿਲਾਂ ਚਾਹੇ ਪੰਜਾਬ ਦੇ ਵਿੱਚ ਫੂਡ ਪ੍ਰੋਸੈਸਿੰਗ ਜਿਹੜੀ ਹੈਗੀ ਹੈ ਉਸ ਇੰਡਸਟਰੀ ਨੂੰ ਉੱਪਰ ਕੀਤਾ ਜਾਵੇ, ਉਸ ਤੋਂ ਬਾਅਦ ਇੱਕ ਇਕੋਸਿਸਟਮ ਬਣਾਇਆ ਜਾਵੇ। ਦੇਖੋ ਕੇਪੀ ਜੀ, ਮੈਂ 1 ਮਿੰਟ ਹੋਰ ਲਵਾਂਗਾ। ਜਿਹੜਾ ਬ੍ਰਿਟੇਨ ਦੇ ਵਿੱਚ ਇੰਡਸਟਰੀਅਲ ਰੈਵੋਲੂਸ਼ਨ ਆਇਆ ਸੀ, ਉਹ ਸਭ ਨੇ ਕਾਪੀ ਕੀਤਾ ਉਸ ਰੈਵੋਲੂਸ਼ਨ ਨੂੰ। ਰਸ਼ੀਆ ਦੇ ਵਿੱਚ ਆਇਆ, ਫਰਾਂਸ ਦੇ ਵਿੱਚ ਆਇਆ, ਜਰਮਨੀ ਦੇ ਵਿੱਚ ਆਇਆ, ਅਮਰੀਕਾ ਦੇ ਵਿੱਚ ਆਇਆ। ਉਸ ਤੋਂ ਬਾਅਦ ਜਿਹੜਾ ਰੈਵੋਲੂਸ਼ਨ ਆਇਆ ਉਹ ਚੀਨ ਦੇ ਵਿੱਚ ਆਇਆ। ਚੀਨ ਨੇ ਕੀ ਕੀਤਾ, ਇੱਕ ਇਕੋਸਿਸਟਮ ਬਣਾਇਆ ਜਿੱਥੇ ਛੋਟੀ ਜਿਹੜਾ ਇੰਡਸਟਰੀ ਹੈ ਉਹ ਵੱਡੀ ਨੂੰ ਕੰਪਲੀਮੈਂਟ ਕਰ ਰਹੀ ਹੈ। ਵੱਡੀ ਇੰਡਸਟਰੀ ਛੋਟੀ ਇੰਡਸਟਰੀ ਤੋਂ ਸਮਾਨ ਖਰੀਦਦੀ ਹੈ ਔਰ ਉਹਨੂੰ ਐਕਸਪੋਰਟ ਕਰ ਰਹੀ ਹੈ। ਅਸੀਂ ਉਹ ਮਾਡਲ ਬਣਾਉਣ ਦੇ ਵਿੱਚ ਫੇਲ ਹੋਏ ਹਾਂ। ਪੰਜਾਬ ਦੇ ਵਿੱਚ ਮੈਂ ਉਸ ਮਾਡਲ ਦੀ ਗੱਲ ਕਰ ਰਿਹਾ। ਠੀਕ ਹੈ ਪ੍ਰੋਫੈਸਰ ਜੀ, ਲਾਸਟ ਕਮੈਂਟ ਸਰ ਇਹ ਜਿਹੜੀ ਗੱਲ ਡਾਕਟਰ ਗਰਗ ਨੇ ਕਹੀ ਹੈ, ਡਾਕਟਰ ਖੋਸਲਾ ਕਹਿ ਰਹੇ, ਚਾਹੁੰਦੇ ਆ ਕਿ ਚੇਨ ਬਣੇ, ਜਿਹੜੀ ਇੰਡਸਟਰੀ ਉਹਦੇ ਵਿੱਚ ਇੱਕ ਚੇਨ ਹੋਵੇ ਤੇ ਇਕੋਸਿਸਟਮ, ਤਾਂ ਹੀ ਸਾਡਾ ਡਿਵੈਲਪ ਹੋਊਗਾ, ਤਾਂ ਹੀ ਇਹ ਧਰਨੇ ਪ੍ਰਦਰਸ਼ਨ ਨਹੀਂ ਲੱਗਣਗੇ। ਪ੍ਰੋਫੈਸਰ ਜੀ, ਤੁਸੀਂ ਸਹਿਮਤ ਹੋ? ਉਹ ਭਰਾਵਾ ਗੱਲ ਤੇ ਉਸ ਕਰਨ ਦਾ ਫਾਇਦਾ ਜਿਹਨੇ ਕਿਤੇ ਜੜ ਇੱਥੇ ਫੜਨੀ ਹੋਵੇ। ਇਹ ਤੇ ਜਿਹੜਾ ਪਬਲਿਕ ਸੈਕਟਰ ਹੈ ਉਹਨੂੰ ਜੜੋਂ ਪੁੱਟ ਸੁੱਟੀ ਜਾਂਦੇ ਆ। ਉਹੀ ਉਹ ਜਿਹੜੇ ਇੰਟਰਨੈਸ਼ਨਲ ਫਾਈਨੈਂਸ ਕੈਪੀਟਲ ਆ ਉਹਨਾਂ ਦੇ ਦਬਾਅ ਥੱਲੇ ਵੀ ਪਬਲਿਕ ਸੈਕਟਰ ਨੂੰ ਬੰਦ ਕਰੋ, ਕਿਉਂਕਿ ਇੱਥੇ ਲੋਕਾਂ ਨੂੰ ਚੰਗੀਆਂ ਨੌਕਰੀਆਂ ਮਿਲਦੀਆਂ। ਤੁਹਾਡੇ ਸਾਹਮਣੇ ਆਕਸ਼ਨ ਨਹੀਂ ਲਾਈ ਹੋਈ ਹਰ ਬੰਦੇ ਦੀ। ਮੈਂ BSNL ਲਾਇਆ, ਉਹਦਾ ਬਿੱਲ ਤੱਕ ਨਹੀਂ ਮੈਂ ਦੇ ਸਕਦਾ, ਕਿਉਂਕਿ ਪਤਾ ਨਹੀਂ ਕਿੱਥੇ ਸ਼ਰਾਰਤ ਕਰਦੇ ਆ ਉਹ। ਜਾਣੀ ਇਹ ਹਾਲਤ ਹੈ ਕਿ ਪੱਟ ਕੇ ਸੁੱਟਣਾ ਹਰ ਕੋਈ ਜਿਹੜਾ ਪਬਲਿਕ ਸੈਕਟਰ। ਇਹ ਕਹਿੰਦੇ ਹੋਰ ਨਿਵੇਸ਼ ਕਰੇ, ਮੋਇਆ ਨੇ ਕਰਨਾ ਇੱਥੇ। ਦੇਖੋ, ਸਾਡੇ ਦੇਸ਼ ਦੇ ਜਿਹੜੇ ਰਾਜਨੀਤਿਕ ਪਾਰਟੀਆਂ ਤੇ ਰਾਜਨੀਤਿਕ ਲੋਕ ਪੂਰੀ ਤਰ੍ਹਾਂ ਭ੍ਰਸ਼ਟ ਤੇ ਬੇਈਮਾਨ ਹੋ ਚੁੱਕੇ ਆ। ਇਹ ਤੇ ਪੂਰੀ ਦੀ ਪੂਰੀ ਪੀੜ੍ਹੀ ਆ। ਤੁਹਾਨੂੰ ਹੁਣ ਮਨਪ੍ਰੀਤ ਬਾਦਲ ਤੋਂ ਬਾਅਦ ਕੁਝ ਹੋਰ ਚਾਹੀਦੀ ਹੈ, ਸਬੂਤ ਚਾਹੀਦਾ। ਇਹ ਇੱਕ ਐਕਸਟ੍ਰੀਮ ਆ ਕਿ ਜਿਹੜਾ ਐਡਾ ਮਾਈਲਡ ਮਾਈਂਡਡ ਬੰਦਾ ਜਾ ਕੇ ਕਿੱਥੇ ਡਿੱਗਿਆ ਤੇ ਜੋ ਉਹਨੇ ਪ੍ਰੈਸ ਕਾਨਫਰੰਸ 'ਚ ਬੋਲਿਆ, ਇਹ ਅਸਲੀ ਚਿਹਰਾ ਹੈ ਤੁਹਾਡੇ ਰਾਜਨੀਤਿਕ ਲੋਕਾਂ ਦਾ। ਤੇ ਵਿੱਚੇ ਹੀ ਭਗਵੰਤ ਮਾਨ ਤੇ ਵਿੱਚੇ ਕੋਈ ਬਾਹਰ ਨਹੀਂ ਹੈ। ਉਹਨਾਂ ਨੂੰ 24 ਘੰਟੇ ਸੋਚਦਾ ਕਿ ਰਾਜਨੀਤੀ ਕਿਵੇਂ ਕਰਨੀ ਆ। ਤੇ 5 ਰੁਪਏ ਦਾ ਕੰਮ ਕਰੋ ਤੇ 50 ਰੁਪਏ ਦੀ ਐਡਵਰਟਾਈਜ਼ਮੈਂਟ ਕਰੋ, ਮਸ਼ਹੂਰੀ। ਅਜੇ ਕੰਮ ਹੋਇਆ ਨਹੀਂ, ਮੀਟਿੰਗ ਨਹੀਂ ਹੋਈ ਤੇ ਤਾਂ ਵੀ ਐਡਵਰਟਾਈਜ਼ਮੈਂਟ ਨਹੀਂ। ਪ੍ਰੋਫੈਸਰ ਮਨਜੀਤ ਸਿੰਘ ਫਿਰ ਸਿੱਧੇ ਸ਼ਬਦਾਂ ਵਿੱਚ ਇਹ ਕਹਿ ਦਿਓ ਨਾ ਕਿ ਪੰਜਾਬ ਵਿੱਚ ਵਸੀਲੇ ਹੈਗੇ ਆ, ਪਾਲਿਸੀ ਨਹੀਂ ਹੈਗੀ, ਤੇ ਮੁੰਡਿਓ ਕੁੜੀਓ ਚੜ੍ਹ ਜਾਓ ਜਹਾਜ਼ ਵਾ, ਇੱਥੇ ਕੁਝ ਨਹੀਂ ਹੈਗਾ। ਇਹੀ ਕਹਿਣਾ ਚਾਹ ਰਹੇ ਹੋ ਤੁਸੀਂ? ਹੋਰ ਨਹੀਂ, ਬਿਲਕੁਲ ਮੈਂ ਤੇ ਇਸ ਗੱਲ ਦੇ ਬਿਲਕੁਲ ਵਿਰੁੱਧ ਨਹੀਂ ਹੈ। ਕਿਉਂ ਨਾ ਲੋਕ ਜਾਣ, ਵੀ ਜਾਣਾ ਚਾਹੀਦਾ। ਜਿਹਨੂੰ ਜਿੱਥੇ ਚੰਗਾ ਜੀਵਨ ਮਿਲੂਗਾ ਉਹ ਜਾਣਾ ਚਾਹੀਦਾ। ਸਾਡੇ ਇੱਥੇ UP ਬਿਹਾਰ ਤੋਂ ਲੋਕ ਨਹੀਂ ਆਉਂਦੇ ਆਉਣਾ ਚਾਹੀਦਾ ਉਹਨਾਂ ਨੂੰ। ਨਹੀਂ, ਹੁਣ ਮੇਰੇ ਤੋਂ ਮੇਰਾ ਕੋਈ ਜੂਨੀਅਰ ਕੋਈ ਸਲਾਹ ਮੰਗੇ, ਮੈਂ ਹੀ ਸਲਾਹ ਦੇਵਾਂ ਵੀ ਇੱਥੇ ਹੈ ਨਹੀਂ ਕੁਝ, ਜਾਓ? ਨਹੀਂ, ਇਹ ਤੁਹਾਨੂੰ ਨਹੀਂ ਦੱਸਣ ਦੀ ਲੋਕ, ਉਹ ਸਾਡੇ ਨਾਲੋਂ ਜ਼ਿਆਦਾ ਜਾਣਦੇ ਆ। ਜਿਹਨੂੰ ਕੁਝ ਨਹੀਂ ਮਿਲਦਾ ਭਾਈ ਸਾਹਿਬ, ਫਿਰ ਮੈਂ ਮਾਫੀ ਮੰਗ ਲੈਣਾ। ਪ੍ਰੋਫੈਸਰ ਮਨਜੀਤ ਸਿੰਘ, ਮੈਂ ਇਹ ਪ੍ਰੋਗਰਾਮ ਹੀ ਕਿਉਂ ਕੀਤਾ? ਮੈਂ ਮਾਫੀ ਮੰਗ ਲੈਣਾ ਫਿਰ, ਜੋ ਸਾਰੇ ਜਾਣਦੇ ਹੀ ਹੈ। ਨਹੀਂ, ਮੇਰਾ ਵੀਰ ਸੁਣ ਲਓ ਕਿ ਇਸ ਤਰ੍ਹਾਂ ਮੈਂ ਜਾਣਦੇ ਕਹਿਣਾ, 15-20 ਲੱਖ ਰੁਪਈਆ ਖਰਚ ਕੇ ਪ੍ਰਾਈਵੇਟ ਇੰਸਟੀਚਿਊਸ਼ਨ ਚੋਂ ਡਿਗਰੀ ਲੈਂਦੇ ਆ, ਪੜਾਉਂਦੇ ਕੁਛ ਹੈ ਨਹੀਂ ਕਿਉਂਕਿ ਫੈਕਲਟੀ ਨਹੀਂ। ਗਲ 'ਚ ਡਿਗਰੀ ਪਾ ਕੇ ਜਗ੍ਹਾ ਜਗ੍ਹਾ ਧੱਕੇ ਖਾਂਦੇ ਆ ਬੱਚੇ। ਉਹਨਾਂ ਨੇ ਸਾਫ਼ ਸੋਚਿਆ ਕਿ 15-20 ਲੱਖ ਮੈਂ ਜਾ ਕੇ ਉੱਥੇ ਨਾਲੇ ਮੈਨੂੰ ਚੰਗਾ ਇੱਕ ਨਵਾਂ ਦੇਸ਼, ਨਵੀਂ ਨੌਕਰੀ, ਨਵਾਂ ਭਵਿੱਖ ਹੋਊਗਾ। ਮੈਂ ਇੱਥੇ ਕੀ ਲੈਣਾ? ਇੱਥੇ ਆ ਕੇ ਕਿਆ ਕਰੂੰਗਾ? ਮੈਂ ਕੈਨੇਡਾ ਤੋਂ ਆਇਆ। ਭਾਈ ਸਾਹਿਬ, ਉਹ ਸਾਡੇ ਨਾਲੋਂ ਜ਼ਿਆਦਾ ਵੱਡੇ ਇਕਨੋਮਿਸਟ ਆ, ਭਾਵੇਂ ਉਹ ਪੈਜੈਂਟ ਆ, ਭਾਵੇਂ ਇੱਕ ਨੌਜਵਾਨ ਆ। ਉਹਨਾਂ ਨੂੰ ਪਤਾ ਕਿ ਉਹਨਾਂ ਨੇ ਆਪਣੇ ਪੈਸੇ ਦਾ ਮੈਕਸਿਮਮ ਫਾਇਦਾ ਕਿਸ ਤਰ੍ਹਾਂ ਲੈਣਾ, ਕਿਉਂਕਿ ਉਹ ਹਾਰਡ ਅਰਨਡ ਮਨੀ ਆ, ਲੁੱਟ ਦਾ ਪੈਸਾ ਨਹੀਂ ਆ ਪੋਲੀਟੀਸ਼ੀਅਨਾਂ ਵਾਂਗੂ। ਸਾਡਾ ਪੋਲੀਟੀਸ਼ੀਅਨ ਬੇਈਮਾਨ ਆ। ਜਦ ਤੱਕ ਇਹ ਸੂਤਰ ਨਹੀਂ ਹੋਊਗਾ ਇੱਥੇ ਕੁਝ ਨਹੀਂ ਹੋ ਸਕਦਾ। ਚਲੋ, ਬਹੁਤ ਧੰਨਵਾਦ ਪ੍ਰੋਫੈਸਰ ਮਨਜੀਤ ਸਿੰਘ। ਮੈਂ ਗੱਲ ਦਾਅਵੇ ਨਾਲ ਕਹਿ ਸਕਦਾ ਚਰਚਾ ਅਧੂਰੀ ਹੈ। ਡਾਕਟਰ ਜੀਵ ਖੋਸਲਾ, ਤੁਹਾਡਾ ਬਹੁਤ ਧੰਨਵਾਦ। ਡਾਕਟਰ ਪਹਿਲਾ ਕਰਕੇ ਤੁਹਾਡਾ ਬਹੁਤ ਧੰਨਵਾਦ। ਤੁਹਾਡੇ ਕੋਲ ਬਹੁਤ ਵੱਡੇ ਆંકੜੇ ਪਏ ਆ ਜਿਨ੍ਹਾਂ ਨਾਲ ਸਰਕਾਰ ਨੂੰ ਸਵਾਲ ਕੀਤੇ ਜਾ ਸਕਦੇ ਆ। ਸਵਾਲ ਬਹੁਤ ਸਾਰੇ ਹੋਣ ਵਾਲੇ ਆ ਤੇ ਉਹਨਾਂ ਵਿਚਾਲੇ ਇਹ ਗੱਲ ਇਸ ਚਰਚਾ ਵਿੱਚੋਂ ਨਿਕਲ ਕੇ ਆਈ ਹੈ ਕਿ ਵਸੀਲੇ ਬਹੁਤ ਸਾਰੇ ਹੈਗੇ ਆ, ਪਰ ਉਸ ਦੇ ਲਈ ਇੱਕ ਨੀਤੀ ਦੀ ਜ਼ਰੂਰਤ ਹੈਗੀ ਹੈ। ਜੇ ਨੀਤੀ ਹੋਊਗੀ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਤੇ ਰੁਜ਼ਗਾਰ ਮਿਲੂਗਾ ਤੇ ਫਿਰ ਉਹ ਜਹਾਜ਼ ਨਹੀਂ ਚੜ੍ਹਨਗੇ। ਪਰ ਜੇ ਰੁਜ਼ਗਾਰ ਨਹੀਂ ਮਿਲੂਗਾ ਤਾਂ ਫਿਰ ਜਹਾਜ਼ ਚੜ੍ਹਨ ਤੋਂ ਉਹਨਾਂ ਨੂੰ ਰੋਕਿਆ ਵੀ ਨਹੀਂ ਜਾ ਸਕਦਾ। ਬਹੁਤ ਧੰਨਵਾਦ।